सतनाम वाहिगुरु साहिब जी। सतनाम वाहिगुरु साहिब जी। सतगुर आयो शरण तुहारी, मिलै सुख नाम हर सोबा। चिंता लाहे हमारी, तू मेरो मेर पर्वत मेरो स्वामी। ओट गही मैं तेरी, ना तुम डोलो ना हम गिरते। रख लीनी हर मेरी, अब तब जब कब तू ही हम तो प्रसाद सुखी सदही। तू मेरो प्यारो ता कैसी भूखा। तू मन वसया लगहे ना दुखा। बेसुमार अथाह अगनत अतुल्य, जो बुलावो त्यों नानक दास बोले। सतनाम वाहिगुरु साहिब जी। कबीर जेहदर आवत जाते आहो, हटकै नाही कोय। सो दर कैसे छोड़िए, जो दर ऐसा होए। कबीर डूबा था पै उबरियो, गुण की लहर झबक। जब देखियो बेड़ा जर्जरा, तब उतर परयो हो फर्क। कबीर पापी भगत न भावई, हर पूजा ना सुहाय। माखी चंदन पर हरै, जह बिगंध तह जाय। कबीर बैद मुआ रोगी मुआ, मुआ सब संसार। एक कबीरा ना मुआ, देह नाही रोवन हार। एक कबीरा ना मुआ, देह नाही रोवन हार। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल कृपा निध दीनानाथ सतगुरु श्री गुरु ग्रंथ साहिब जी दीन दयाल पातशाह। तिन्हां दी अपार मेहरामत है, अथाह बख्शिश है, अपार तरस है, बेअंत नदर है सतगुरु साहिब जी दी, जो सानू सब नूं अपनी मेहर भरी नज़र करके अपनी पावन पवित्र हजूरी विच सतसंगत रूप विच जुड़ बैठ के अपने मनुखा जीवन नूं सकारत करन दा,
ਆਪਣੇ ਅਧਿਆਤਮਿਕ ਜੀਵਨ ਮਨੋਰਥ ਦੀ ਪ੍ਰਾਪਤੀ ਨੂੰ ਪ੍ਰਾਪਤ ਹੋਣ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਸਤਿਗੁਰੂ ਕੀ ਬਖਸ਼ਿਸ਼ ਨੂੰ ਆਪ ਜੀ ਕੀਰਤਨ ਦੁਆਰਾ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਸੀ। ਬੜੇ ਸੁਭਾਗਸ਼ਾਲੀ ਹੋ ਜੀ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਜੀ ਜਿੱਥੇ ਕੀਰਤਨ ਦੇ ਰਸ ਦੇ ਨਾਲ ਆਪਣੇ ਹਿਰਦੇ ਨੂੰ ਗੁਰੂ ਸ਼ਬਦ ਦੇ ਪਰਮ ਰਸ ਦੇ ਨਾਲ ਲਬਰੇਜ ਕਰਦੇ ਹੋ, ਉੱਥੇ ਗੁਰੂ ਕਿਰਪਾ ਸਦਕਾ ਕਥਾ ਦੁਆਰਾ ਗਿਆਨਮਈ ਬੀਜ ਆਪਣੀ ਚਿੱਤ ਅਤੇ ਆਪਣੇ ਬੁੱਧ ਦੇ ਅੰਦਰ ਬੀਜ ਕੇ ਆਪਣੇ ਜੀਵਨ ਨੂੰ ਗਿਆਨ ਦੀ ਭਰਪੂਰ ਰੌਸ਼ਨੀ ਦੇ ਨਾਲ ਭਰਨ ਦਾ ਯਤਨ ਕਰਦੇ ਹੋ। ਇਸੇ ਯਤਨ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਉਚਾਰਨ ਸ਼ਲੋਕਾਂ ਦੀ ਲੜੀਵਾਰ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਵਿਚਾਰ ਰੂਪ ਦੇ ਵਿੱਚ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜਿਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਇ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਹੋਂਦ ਦਾ ਜਿਹੜਾ ਅੰਸ਼ ਹੈ ਉਹ ਆਪਣੇ ਜੀਵਨ 'ਚ ਨਹੀਂ ਰੱਖਣਾ ਚਾਹੀਦਾ। ਪ੍ਰਭੂ ਨੂੰ ਸਮੁੱਚਾ ਅਤੇ ਸਦੀਵੀ ਸਮਰਪਣ ਕਰਕੇ ਆਪਣਾ ਅਧਿਆਤਮਿਕ ਜੀਵਨ ਗੁਜ਼ਾਰਨਾ ਚਾਹੀਦਾ ਹੈ। ਇਸੇ ਪ੍ਰਕਾਰ ਬੰਦਗੀ ਦੀ ਐਸੀ ਸਿਖਰਲੀ ਅਵਸਥਾ ਕਿ ਜਿਹੜੀ ਬੇਹੋਸ਼ੀ ਦੇ ਵਿੱਚ ਵੀ ਆਪਣਾ ਅਭਿਆਸ ਨਾ ਛੱਡੇ, ਅਜਿਹੇ ਬੰਦਗੀ ਰਤ ਨਾਮ ਰਸਕ ਪੁਰਸ਼ਾਂ ਦੀ ਸੇਵਾ ਦਾ ਅਗਰ ਕੋਈ ਵੀ ਉਦਮ ਭਗਤ ਕਬੀਰ ਸਾਹਿਬ ਜੀ ਕਹਿੰਦੇ ਪ੍ਰਾਪਤ ਹੋ ਜਾਵੇ ਤਾਂ ਆਪਣੇ ਆਪ ਨੂੰ ਧੰਨ ਭਾਗ ਜਾਣਨਾ ਚਾਹੀਦਾ ਹੈ। ਸਾਡੇ ਜੀਵਨ ਦੀ ਅਸਲੀਅਤ ਮਾਟੀ ਦੇ ਪੁਤਲੇ ਹੋਣ ਵਾਲੀ ਹੈ, ਪਰ ਅਗਿਆਨ ਦੇ ਵਿੱਚ ਅਸੀਂ ਆਜੀਵਨ ਭਰ ਇਸ ਮਿੱਟੀ ਦੇ ਪੁਤਲੇ ਨੂੰ ਥਿਰ ਮੰਨਦੇ ਹਾਂ ਅਤੇ ਥਿਰ ਮੰਨਦਿਆਂ ਹੋਇਆਂ ਇਹਦੇ ਨਾਲ ਕਈ ਪ੍ਰਕਾਰ ਦੇ ਮਾਣ ਅਹੰਕਾਰ ਦੇ ਜਾਂ ਸਦੀਵੀ ਮਾਲਕ ਹੋਣ ਦੇ ਭਰਮ ਪੈਦਾ ਕਰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਕਬੀਰ ਜਿਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਇ। ਭਗਤ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਜਿਹ ਦਰ ਆਵਤ ਜਾਤਿਓ, ਜਿਸ ਦਰ ਦੇ ਉੱਪਰ ਜਾਇਆ ਹਟਕੈ ਨਾਹੀ ਕੋਇ, ਜਿੱਥੇ ਜਾ ਕੇ ਬੈਠਿਆਂ ਕੋਈ ਹਟਾ ਨਹੀਂ ਸਕਦਾ, ਨਾ ਉੱਥੇ ਕੋਈ ਹਟਕਣ ਦਾ ਮੁੜ ਕੇ ਥਾਂ ਹੀ ਰਹਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਕਈ ਵਾਰੀ ਕਿਸੇ ਦੀਵਾਰ 'ਤੇ ਬੈਠੀ ਦਾ ਸਮੇਂ ਬਾਅਦ ਉਠਾ ਦਿੱਤਾ ਜਾਂਦਾ ਕਿ ਇੰਨਾ ਕੁ ਸਮਾਂ ਬਹਿਣਾ ਇੱਥੇ ਤੁਹਾਡਾ ਠੀਕ ਹੈ, ਇਸ ਤੋਂ ਵੱਧ ਨਹੀਂ। ਜਾਂ ਆਮ ਆਦਮੀ ਕਿਸੇ ਵੱਡੇ ਦੇ ਦੀਵਾਰ 'ਤੇ ਜਾ ਕੇ ਬੈਠ ਜਾਏ, ਉਸ ਦੀ ਦੀਵਾਰ ਤੋਂ ਵੀ ਉਠਾ ਦਿੱਤਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਉਸ ਦਰ ਨੂੰ ਕਿਵੇਂ ਛੱਡਿਆ ਜਾਵੇ ਜਿਹੜਾ ਦਰ ਇਸ ਤਰ੍ਹਾਂ ਦਾ ਹੈ। ਹੁਣ ਇਸ ਸ਼ਲੋਕ ਦੇ ਵਿਚਾਰ ਭਾਵ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਕਬੀਰ ਜਿਹ ਦਰ। ਇਹ ਦਰ ਦਾ ਭਾਵ ਇਹ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਅਨੁਭਵ ਦੇ ਵਿੱਚ ਜਦੋਂ ਉਹਨਾਂ ਨੇ ਦੁਨਿਆਵੀ ਪੱਧਰ 'ਤੇ ਦੇਖ ਲਿਆ, ਦੁਨਿਆਵੀ ਪੱਧਰ ਦਾ ਭਾਵ ਕਿ ਹੁਣ ਆਮ ਤੌਰ 'ਤੇ ਬੰਦੇ ਨੇ ਧਰਮ ਦੀ ਸਾਧਨਾ ਕਰਨੀ ਹੈ, ਆਪਣੇ ਅਧਿਆਤਮਿਕ ਜੀਵਨ ਵੱਲ ਕੁਝ ਕਦਮ ਵਧਾਉਣੇ ਨੇ, ਯਕੀਨਨ ਹੈ ਉਹ ਧਰਮ ਮੰਦਰ ਦੇ ਵਿੱਚ ਜਾਏਗਾ, ਯਕੀਨਨ ਹੈ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੰਦਰ ਦੀ ਤਰਫ ਚੱਲੇ ਆ। ਜਾਤ ਅਭਿਮਾਨੀ ਲੋਕਾਂ ਨੇ ਕਹਿ ਦਿੱਤਾ ਕਿ ਇਹਦੇ ਜਿਹੜੇ ਕਦਮ ਨੇ ਉਹ ਮੰਦਰ ਦੀ ਤਰਫ ਨਹੀਂ ਜਾ ਸਕਦੇ। ਇਸੇ ਪ੍ਰਕਾਰ ਕਹਿੰਦੇ ਮਸਜਿਦ ਵੱਲ ਜਾ ਰਹੇ ਆ, ਉੱਥੇ ਵੀ ਕਹਿ ਦਿੱਤਾ ਕਿ ਅਗਰ ਇਸ ਮਜ਼ਹਬ ਦਾ ਹੈ ਤਾਂ ਇਹਦਾ ਮਸਜਿਦ ਦੇ ਵਿੱਚ ਆਉਣਾ ਠੀਕ ਹੈ, ਨਹੀਂ ਤਾਂ ਇਹ ਅਣਉਚਿਤ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋ ਹੀ ਦੀਵਾਰ ਮਾਲਕ ਦੇ ਕਹੇ ਜਾਂਦੇ ਨੇ, ਇਹਨਾਂ ਦੋਵਾਂ ਦੀਵਾਰਾਂ 'ਤੇ ਗਿਆ ਹਾਂ, ਦੋਵਾਂ ਦੀਵਾਰਾਂ ਤੋਂ ਤਿਰਸਕਾਰ ਹੋਇਆ ਹੈ।
इन्हां दोवां द्वारां ते जाके मेरी भावना मेरे जीवन दे विच उस अकाल पुरख प्रति किन्नी प्रेम री भावना है, इहदा कोई सत्कार नहीं है। मैनूं मजहब दी जां जिहड़ा फिरका जिहदा वो धर्म स्थान है ਉਹਦੀ कैटागरी ਦੇ ਵਿੱਚ ਦੇਖਿਆ ਗਿਆ ਤੇ ਹਟਾਇਆ ਗਿਆ। ਕਹਿੰਦੇ ਆਖਰ ਹੁਣ ਸੋਚਿਆ ਕਿ ਫਿਰ ਮੇਰੇ ਲਈ ਕੋਈ ਰੱਬ ਦਾ ਦੁਆਰ ਬਾਕੀ ਨਹੀਂ ਬਚਦਾ। ਜਿਹੜੇ ਦੁਆਰ ਮੰਦਰ ਮਸਜਿਦ ਕਹੇ ਜਾਂਦੇ ਨੇ ਉਹ ਤਾਂ ਮੇਰੇ ਲਈ ਬੰਦ ਹੋ ਗਏ ਨੇ, ਜਾਂ ਉਹਨਾਂ 'ਤੇ ਮੇਰੇ 'ਤੇ ਰੋਕ ਲਗਾ ਦਿੱਤੀ ਹੈ, ਜਾਂ ਉਹਨਾਂ ਨੇ ਆਪਣੀ ਮਰਜ਼ਾਦਾ ਜਾਂ ਪ੍ਰਬੰਧ ਹੀ ਐਸਾ ਬਣਾਇਆ ਹੈ ਕਿ ਮੇਰੇ ਵਰਗੇ ਨਿਮਨ ਕੁਲ ਦੇ ਲੋਕ ਉੱਥੇ ਪ੍ਰਵੇਸ਼ ਹੀ ਨਹੀਂ ਪਾ ਸਕਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹ ਜਦੋਂ ਦੁਆਰਿਆਂ ਤੋਂ ਸਾਨੂੰ ਪ੍ਰਵੇਸ਼ ਨਾ ਮਿਲਿਆ ਤਾਂ ਫਿਰ ਇੱਕ ਉਹ ਦੁਆਰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਹਟਕੈ ਨਾ ਹੀ ਕੋਈ, ਜਿੱਥੋਂ ਜਾ ਕੇ ਕੋਈ ਨਹੀਂ ਹਟਾ ਸਕਦਾ। ਇਸ ਦਰ ਦਾ ਭਾਵ ਕਿ ਪ੍ਰਭੂ ਦੀ ਪ੍ਰਤੀਤ ਜਦੋਂ ਆ ਗਈ ਕਿ ਇਹ ਸਰੀਰ ਹੀ ਹਰਮੰਦਰ ਦੀ ਨਿਆਈ ਹੈ, ਇਹ ਸਰੀਰ ਹੀ ਪ੍ਰਭੂ ਦੇ ਮੰਦਰ ਦੀ ਨਿਆਈ ਹੈ, ਅਤੇ ਇਹਦੇ ਵਿੱਚ ਆਤਮ ਜੋਤ ਪ੍ਰਭੂ ਦਾ ਪ੍ਰਕਾਸ਼ ਹੈ। ਕਹਿੰਦੇ ਜਦੋਂ ਇਸ ਦਰ ਦੀ ਸੋਝੀ ਆਈ ਤਾਂ ਫਿਰ ਕੀ ਹੋਇਆ, ਫਿਰ ਉੱਥੇ ਪਹੁੰਚਣ ਦਾ ਯਤਨ ਆਰੰਭ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਧਰਮ ਮੰਦਰ ਦੀ ਖੋਜ ਬਾਹਰ ਕਰਦੇ ਸਾਂ, ਬਾਹਰ ਕਰਦੇ ਹਾਂ ਤਾਂ ਬਾਹਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਬਾਹਰ ਤੌਰ 'ਤੇ ਪ੍ਰਭਾਵ ਵੀ ਚੱਲੇਗਾ। ਹੁਣ ਜਿਹੇ ਦਰ ਭਾਵ ਕਿ ਪਹਿਲਾਂ ਤਾਂ ਜਦੋਂ ਮਨੁੱਖ ਨੂੰ ਸੋਝੀ ਆਈ, ਇਸ ਕਰਕੇ ਹੁਣ ਮੰਦਰ ਦਾ ਨਿਰਮਾਣ ਜਿਵੇਂ ਗੁਰਦੁਆਰਾ ਸਾਹਿਬ ਵੀ ਤਾਂ ਬਣਦਾ ਹੈ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੇ ਦਰ ਆਵਤ ਜਾਤੇ ਆਹੋ, ਫਿਰ ਉਸ ਦਰ 'ਤੇ ਜਿਹੜਾ ਦਰ ਸਰਵ ਵਿਆਪਕ ਹੈ। ਇੱਕ ਤਾਂ ਹੈ ਉਹ ਦਰ ਜਿਹੜਾ ਖਾਸ ਥਾਂ 'ਤੇ ਖਾਸ ਜਗ੍ਹਾ 'ਤੇ ਖਾਸ ਆਕਾਰ ਵਿੱਚ ਬਣਿਆ ਹੋਇਆ ਹੈ, ਪਰ ਮੈਨੂੰ ਜਿਹੇ ਦਰ ਦੀ ਸੋਝੀ ਆਈ ਕਿ ਇਹ ਦਰ ਤਾਂ ਸਾਰੇ ਪਾਸੇ ਵਿਆਪਕ ਹੈ, ਇਹ ਦਰ ਤਾਂ ਹਰ ਪਾਸੇ ਵਿਆਪਕ ਹੈ। ਗੁਰੂ ਨਾਨਕ ਸਾਹਿਬ ਜੀ ਦੀ ਅਸੀਂ ਰੋਜ਼ਾਨਾ ਵਾਕ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ। ਦੁਨੀਆ 'ਚ ਕਿਹੜੀ ਐਸੀ ਥਾਂ ਕਹੀ ਜਾ ਸਕਦੀ ਹੈ ਜਾਂ ਕਿਹੜਾ ਐਸਾ ਧਰਤੀ ਦਾ ਹਿੱਸਾ ਕਿਹਾ ਜਾ ਸਕਦਾ ਹੈ ਜਿਹੜਾ ਉਹਦੇ ਦਰ ਤੋਂ ਬਿਨਾਂ ਨਹੀਂ ਹੈ। ਸਗਲੀ ਸ੍ਰਿਸ਼ਟ ਹੀ ਉਹਦਾ ਦਰ ਹੈ, ਜਿਹਦੇ ਵਿੱਚ ਬੈਠ ਕੇ ਜਿਹਦੇ ਵਿੱਚ ਰਮ ਕੇ ਉਹ ਸਗਲ ਜਗਤ ਦੀ ਅਕਾਲ ਪੁਰਖ ਸੰਭਾਲ ਕਰੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਦਰ ਦੀ ਜਦੋਂ ਸੋਝੀ ਆਈ ਤੇ ਫਿਰ ਉਸ ਦਰ ਦੇ ਵਿੱਚ ਇਹ ਵੀ ਭਾਵ ਪਤਾ ਲੱਗਿਆ ਕਿ ਸਰੀਰ ਰੂਪ ਹਰਮੰਦਰ ਹੈ, ਅਤੇ ਜੇ ਪ੍ਰਭੂ ਦੀ ਸਿਫਤ ਸਲਾਹ ਨਾਲ ਉਸ ਮੰਦਰ ਦੇ ਵਿੱਚ ਪਹੁੰਚ ਕੇ ਅਭੇਦ ਹੋ ਜਾਇਆ ਜਾਵੇ, ਉੱਥੇ ਪਹੁੰਚਿਆ ਜਾਵੇ, ਹਟਕੈ ਨਾ ਹੀ ਕੋਏ, ਉੱਥੇ ਕਿਸੇ ਦਾ ਪ੍ਰਭਾਵ ਨਹੀਂ ਪਹੁੰਚਣ ਵਾਲਾ। ਉਹ ਕਿਤੇ ਕੋਈ ਵੀ ਜਿਹੜੇ ਆਮ ਧਰਮ ਦੇ ਬਾਹਰੀ ਲੋਕ ਜ਼ਿੰਮੇਵਾਰ ਬਣਦੇ ਨੇ ਉਹਨਾਂ ਦੀ ਪਹੁੰਚ ਉੱਥੋਂ ਤੱਕ ਨਹੀਂ, ਇਹਨਾਂ ਦੀ ਪਹੁੰਚ ਇੱਥੋਂ ਤੱਕ ਹੈ ਕਿ ਜਿਸ ਮੰਦਰ ਦੇ ਵਿੱਚ ਇਹ ਆਪ ਨਹੀਂ ਉੱਥੋਂ ਹੀ ਆਉਣੋਂ ਰੋਕ ਸਕਦੇ ਨੇ। ਪਰ ਐਸਾ ਦਰ ਜਿਹੜਾ ਬਖਸ਼ਿਸ਼ ਭਰਿਆ ਹੈ, ਜਿੱਥੋਂ ਮੈਂ ਰੋਜ਼ਾਨਾ ਪਾਵਨਤਾ ਦਾ ਇਸ਼ਨਾਨ ਕਰ ਸਕਦਾ ਹਾਂ, ਜਿੱਥੋਂ ਰੋਜ਼ਾਨਾ ਗਿਆਨ ਦੀ ਰਾਸ ਮੇਰੇ ਜੀਵਨ 'ਚ ਮੈਨੂੰ ਪ੍ਰਗਟ ਹੋ ਸਕਦੀ ਹੈ, ਜਿੱਥੇ ਜਾ ਕੇ ਮੈਂ ਰੋਜ਼ਾਨਾ ਆਤਮਿਕ ਜੀਵਨ ਦੇ ਹੁਲਾਰੇ ਮਾਣ ਸਕਦਾ ਹਾਂ, ਜਿੱਥੇ ਜਾ ਕੇ ਮੌਤ ਦਾ ਭੈ ਨਹੀਂ ਰਹਿੰਦਾ, ਦੁੱਖ ਸੁੱਖ ਹਰਖ ਸੋਗ ਸਮ ਸਮਾਨ ਹੋ ਜਾਂਦੇ ਨੇ, ਅਤੇ ਜਿਸ ਦਰ 'ਤੇ ਜਾਣ ਲੱਗਿਆ ਮੈਨੂੰ ਕੋਈ ਘ੍ਰਿਣਾ ਵੀ ਨਹੀਂ ਆਉਂਦੀ, ਜਿੱਥੇ ਜਾ ਕੇ ਮੈਨੂੰ ਆਪਣਾ ਪ੍ਰਭੂ ਵਰਗਾ ਹੀ ਲੱਗਦਾ ਹੈ ਅਤੇ ਮੈਨੂੰ ਲੱਗਦਾ ਕਿ ਉਹਦੇ ਗਲ ਜਾ ਕੇ ਮਿਲ ਜਾਣਾ ਹੈ। ਕਹਿੰਦੇ ਇਹੋ ਜਿਹਾ ਦਰ ਫਿਰ ਮੈਂ ਕਿਵੇਂ ਛੱਡ ਦੇਵਾਂ। ਗੁਰਬਾਣੀ 'ਚ ਨਾ ਅਸੀਂ ਵਾਕ ਪੜ੍ਹਦੇ ਹਾਂ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤਹਿ ਦਹਿਨ ਭਇਆ ਗੋਵਿੰਦ ਪ੍ਰਗਟਾਇਆ। ਹੁਣ ਦਰ ਤਾਂ ਐਸਾ ਹੈ, ਜਿਹੇ ਦਰ ਦਾ ਭਾਵ ਕਿ ਜੇ ਸਾਨੂੰ ਸਾਡੇ ਆਤਮ ਸਰੂਪ ਦੀ ਪੂਰੀ ਸੋਝੀ ਹੋਵੇ ਨਾ ਤਾਂ ਅਸੀਂ ਜੀਵਨ ਦੇ ਵਿੱਚ ਬੜੇ ਆਨੰਦਿਤ ਰਹਿ ਸਕਦੇ ਹਾਂ। ਜਿਹੇ ਦਰ ਦਾ ਭਾਵ ਹੁਣ ਜਦੋਂ ਤੱਕ ਮਨੁੱਖ ਹੋਰ ਦਰਾਂ ਦੇ, ਹੁਣ ਦੇਖੋ ਜਿਵੇਂ ਸਾਡਾ ਆਪਣਾ ਘਰ ਹੈ, ਉੱਥੇ ਜਾ ਕੇ ਭਾਵੇਂ ਅਸੀਂ ਆਪਣੇ ਜੀਵਨ ਦੇ ਅੰਤ ਤੱਕ ਪਏ ਰਹੀਏ, ਕੋਈ ਸਾਨੂੰ ਉਠਾਉਣ ਵਾਲਾ ਨਹੀਂ ਹੈ, ਕੋਈ ਧੱਕੇ ਦੇ ਕੇ ਕੱਢਣ ਵਾਲਾ ਨਹੀਂ ਹੈ, ਜਾਂ ਉੱਥੋਂ ਕੋਈ ਦਾਖਲ ਹੋਣ ਤੋਂ ਰੋਕਣ ਵਾਲਾ ਨਹੀਂ ਹੈ। ਅਗਰ ਕਿਸੇ ਦੂਜੇ ਦੇ ਦੁਆਰ 'ਤੇ ਜਾ ਕੇ ਬੈਠਾਂਗੇ ਜਿਹੜਾ ਸਾਡਾ ਆਪਣਾ ਨਹੀਂ ਹੈ, ਯਕੀਨਨ ਹੈ ਉਹ ਸਾਡੇ ਰਹਿਣ ਨੂੰ ਸਾਲ 2 ਸਾਲ ਹੱਦ 5 ਸਾਲ ਬਹੁਤ ਵੱਡਾ ਹੋਵੇ ਤਾਂ ਹੋ ਸਕਦਾ 40-50 ਸਾਲ ਵੀ ਪ੍ਰਵਾਨ ਕਰ ਲਏ, ਪਰ ਆਖਰ ਜਦੋਂ ਸਾਡੀ ਮ੍ਰਿਤੂ ਹੋ ਜਾਏਗੀ ਅਤੇ ਉਹ ਦੂਜੇ ਦੁਆਰ ਵਾਲਾ ਘੱਟੋ ਘੱਟ ਉਸ ਸਮੇਂ ਉਠਾ ਕੇ ਸਾਨੂੰ ਉੱਥੇ ਭੇਜ ਦੇਵੇਗਾ ਜਿੱਥੇ ਅਸੀਂ ਪੈਦਾ ਹੋਏ ਸਾਂ। ਕਿਤੇ ਨਾ ਕਿਸੇ ਸਮੇਂ ਤਾਂ ਉਸ ਦੁਆਰ ਤੋਂ ਉਠਾਇਆ ਹੀ ਜਾਏਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੇ ਦਰ ਅਗਰ ਮਨ ਦੇ ਤਲ 'ਤੇ ਬੈਠੇ ਹੋਏ ਹਾਂ, ਵਿਕਾਰਾਂ ਦੇ ਅੱਡੇ 'ਤੇ ਬੈਠੇ ਹੋਏ ਹਾਂ, ਤਾਂ ਵਿਕਾਰਾਂ ਦੇ ਰਸ ਅੱਜ ਨੇ ਕੱਲ੍ਹ ਨਹੀਂ ਨੇ, ਕਦੀ ਫਿੱਕੇ ਨੇ ਕਦੀ ਮਿੱਠੇ ਨੇ।
इस करके थिर रहण वाले नहीं, इस करके अगे लंघिया जावे। जे बुद्धि के द्वार ते आके बैठ गए हाँ तो बुद्धि का द्वार अज मन गुरमुखता वाली है, हो सकता कल नूं मनमुखता वाली हो जाए तो जीवन का वहन कुछ होर बन जाए, ये भी छड्डो। इस तो अगे जाके जिहड़े दुनिया के दर बने हैं वो भी छड्डो, क्योंकि ये उपर दुनियावी बंदियां दी पकड़ है। इस करके फिर जाया कित्थे जावे। कहंदे मन दा छड्डो, दुनिया दा छड्डो, बुद्धि दा छड्डो ते आखिर अपने सुरत के पद्धर ते जाके विचरो। कि सुरत के पद्धर का भाव यह है कि जिन्नी चेतना साडे अंदर वास कर रही है ये सारी उस अकाल पुरख तो उत्पत हुई है। तो उही चेतना जदों अपना विशाल दायरा पकड़ती है तो वह कहती है सगली धरती हरमंदर है, सगला सृष्टि उहदा दर है। जदों चेतना सीमित हो जाती है वो कहती यही जगह प्रभु का दर हो सकता, दूजा नहीं। यही जगह प्रभु का मंदिर हो सकता, दूजा नहीं। जदों उही सुरत ख्याल विशाल हो जाता है तो फिर आखदे हैं भगत साहबाना ने बाणी च कहना, नामे सोई सेविया जे देहुरा ना मसीत। कि मैं तो उस जगह बैठ के भी रब का अभ्यास कर सकता हाँ जिथे मैनू ना देहुरा प्राप्त है ना मसीत का जोड़ा ओट आसरा मिलता है। कहते मेरा इस प्रकार भगत कबीर साहब जी कहते सो दर कैसे छोड़ी है जो दर ऐसा होए। और दूजी गल हुण भगत कबीर साहब जी के वाक गुरबाणी च आए ने तो इन्हां दी रैलेवेंसी सिख पंथ के सिद्धांत के नाल भी पूरी जुड़ती तो बनती है। उदाहरण के तौर पर अज भी असी आप जी ने शायद सुनिया होवे, पिछले समय दे विच थोड़ा साल को पहलां दी गल है, भारत का मौजूदा राष्ट्रपति किसी मंदिर दे विच गया, उहदी भावना जिवें दी सी अपनी पत्नी परिवार दे नाल, मंदिर दे विच उत्थों दे संबंधित जिहड़े उत्थों दे पूजा अनुष्ठान नूं निभाउण वाले कर्मचारी सन जां पुजारी कह लो, उन्होंने रोक दिता। उन्होंने कहण लगे तू दलित है, तू मंदिर दे विच नहीं जा सकदा, इत्थे बाहर खलो जा। ये ठीक है कि तू राष्ट्रपति है, तेरी जिहड़ी पूजा दी है तू सारी समग्री दे दे, असीं भेंट कर देंगे, इत्थे ही प्रसाद मिल जाएगा, वापस चलिया जाई। ठीक उन्हें इस तरह ही किया, वो भी इस तरह का सी, मंदिर के बाहर ही उहदी जिहड़ी सारी पूजा अर्चना पूरी करवा के वापस भेज दिता गया। इसे प्रकार भगत कबीर साहब जी के वाक गुरु ग्रंथ साहब जी दे विच आउण दा एक कारण ये भी है कि वाक उत्थे प्रकाशित हो रहे हैं जिथे वाक्या कोई नहीं हटा सकता। गुरुद्वारे दे विच रंक आ रहा है, राजा आ रहा है, किसी दे नाल भेदभाव नहीं हो सकता। ये वक्री गल है कि कई बारी गुरमत के पूरे सिद्धांत तो ना जाणू होने वाले गुरुद्वारे के उपर ऐसे अंकुश लगा देण, पर गुरु ने सानू गुरुद्वारे का स्वरूप दिता ही ऐसा है जिथे असी किसी प्रकार का अपनी निज हों का प्रगटावा कर ही नहीं सकते। तो भगत कबीर साहब जी कहते जेह दा रियावत जाते हो, जिथे जान लग्या ना किसी नूं घृणा पैदा हुंदी है, ना किसी नूं हीनता का एहसास आउंदा है। तो कहते इहो जे दर जिथे जाके वो सारिਆਂ नूं संभालदा। गुरबाणी च न वाक आउंदे ने, जो सरन आवै तिस कंठ लावै ए बिरद स्वामी संदा। ये नहीं कि इत्थे उच्ची कुल वाला आ गया उन्होंने ही नवाजिश है, या कोई बहुत वड्डे बंदगी जीवन के उचेरे पक्ष वाला आ गया वही गुरु दर ते प्रवान चढ़ेगा। अगर भावना धारण करके अकाल पुरख की हस्ती नूं सरमौर मन के जिहड़ा उस दे द्वार तक आ गया, इस विश्वास भाव दे विच गुरु भगत कबीर साहब जी कहते वो नवाजिया ही जाएगा। ये दुनियादारी के दरबान हैं, दुनियादारां दे दरवाजे हुंदे हन जिन्हां दे उपर कदी उन्हां दा रखियक बैठा हुंदा है, कदी उन्हां दे कूकर बैठे हुंदे हन ते बंदे नूं घृणा जागदी है। पर अकाल पुरख दा सद द्वार सद आमंत्रित है। तो इसे प्रकार भगत कबीर साहब जी कहते सो दर कैसे छोड़िए। इहदा मतलब हुण जदों सो दर क्या है, इहदा मतलब पहलां उन्हां नूं अकाल पुरख दे व्यापक दर दी पूरी सोझी ते पूरा अनुभव है। फिर कह रहे सो दर कैसे छोड़िए। हुण जिस दर ते बैठे हाँ कोई वकारां दा डर नहीं सताउंदा, जिहड़ा दर है ही उच्चा जिथे माया दे वकारां दे प्रभाव दी कोई गल पहुँच नहीं सकती। जिस दर दा मतलब जदों सुरत बड़ी उचेरी चल जाती है तो उन्होंने दुनिया का कोई ख्याल ही नहीं रहा। जदों दुनिया का कोई ख्याल ही नहीं रहा तो विकारां दे ख्याल की किहड़ी थां। तो भगत कबीर साहब जी कहते जे इस दर ते इन्नी उचाई ते जाके विकारां दा डर नहीं रहना फिर वो दर मैं क्यों छड्डां। जिस दर ते जाके किसी ने मुड़ के वरजना नहीं, किसी ने टोकना नहीं, जां किसी ने उत्थों खाली नहीं मोड़ देना, उस दर तो मैं क्यों छड्डां। जिस दर ते जाके मेरा निक्का जिहा असल
ਵੱਡੇ ਪ੍ਰਭੂ ਦੇ ਅਸਲ ਵਿੱਚ ਅਭੇਦ ਹੋ ਕੇ ਉਹਦੇ ਜਿੱਡਾ ਹੋ ਜਾਣਾ ਹੈ, ਫਿਰ ਉਸ ਦੁਆਰ ਨੂੰ ਮੈਂ ਕਿਉਂ ਛੱਡਾਂ। ਜੇ ਜਿਸ ਦਰ 'ਤੇ ਬਹਿ ਕੇ ਰੰਕ ਵੀ ਰਾਜਾ ਬਣ ਜਾਂਦਾ ਹੈ, ਫਿਰ ਉਸ ਦਰ ਨੂੰ ਕਿਉਂ ਛੱਡਿਆ ਜਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਦਰ ਐਸਾ ਹੋਏ। ਇਸ ਕਰਕੇ ਆਨੰਦ ਸਾਹਿਬ ਦੀ ਬਾਣੀ 'ਚ ਨਾ ਬੜੇ ਕਮਾਲ ਦੇ ਵਾਕ ਆਉਂਦੇ ਨੇ। ਸੁਭਾਵਕ ਵਿਚਾਰ ਕਰਦਿਆ ਸਾ ਤਾਂ ਫੁਰਿਆ ਖਿਆਲ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ। ਮਤਲਬ ਕਿ ਜਿਹੜਾ ਜਿਹਦੇ ਦਰ 'ਤੇ ਬੈਠਿਆਂ ਉਹੀ ਹੋ ਜਾਈਦਾ ਹੈ। ਕਹਿੰਦੇ ਉਹ ਦਰ ਕਿਵੇਂ ਛੱਡਿਆ ਜਾਵੇ। ਦਾ ਮਤਲਬ ਇਹ ਅਕਾਲ ਪੁਰਖ ਦੇ ਇੱਕੋ ਇੱਕ ਤੇ ਵਿਆਪਕ ਹੋਣ ਦਾ ਉਹ ਅਹਿਸਾਸ ਹੈ ਜਿਹੜਾ ਧਰਮ ਮੰਦਰਾਂ ਦੀ ਜਾਂ ਧਰਮ ਸਥਾਨਾਂ ਦੀ ਜਿਹੜੀ ਨਿੱਕੀ ਵੰਡ ਮਨੁੱਖ ਨੇ ਪੈਦਾ ਕਰ ਦਿੱਤੀ ਹੈ, ਉਹਨਾਂ ਤੋਂ ਉੱਪਰ ਉੱਠ ਕੇ ਜਿਹੜਾ ਅਕਾਲ ਪੁਰਖ ਦਾ ਵਿਸ਼ਵਾਸ ਇੱਕ ਭਗਤ ਦੇ ਹਿਰਦੇ ਅੰਦਰ ਪਲਦਾ ਹੈ ਤਾਂ ਫਿਰ ਉਹ ਪ੍ਰਵਾਨ ਚੜ੍ਹ ਜਾਂਦਾ। ਜਦੋਂ ਭਗਤ ਨਾਮਦੇਵ ਜੀ ਆਖਦੇ ਹਨ ਕਿ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ, ਤਾਂ ਉਹ ਇੱਕ ਗੱਲ ਆਖਦੇ ਹਨ ਕਿ ਠੀਕ ਹੈ। ਅਸੀਂ ਹੁਣ ਨਾ ਕਈ ਵਾਰੀ ਉਹਦੇ ਵਿੱਚ ਵੀ ਸ਼ਲੋਕ ਸ਼ਬਦ ਬੜਾ ਗਹਿਰਾ ਹੈ। ਉਹ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਦੀ ਸਮਝ ਧਰਮ ਦੇ ਵਿੱਚ ਰਹਿ ਕੇ ਇੰਨੀ ਕੀ ਰਹੀ। ਇਹ ਆਪਣੇ ਮੰਦਰ ਨੂੰ, ਕਿਉਂਕਿ ਇਹਨਾਂ ਦਾ ਆਪਣਾ ਆਪ ਅਪਵਿੱਤਰ ਹੈ, ਅਤੇ ਇਹ ਕਿਸੇ ਨਿਮਨ ਕੁਲ ਦੇ ਬੰਦੇ ਜਦੋਂ ਧਰਮ ਦੇ ਮੰਦਰ ਵਿੱਚ ਪ੍ਰਵੇਸ਼ ਮੰਨਦੇ ਨੇ ਤਾਂ ਉਦੋਂ ਮੰਦਰ ਨੂੰ ਵੀ ਪਵਿੱਤਰ ਬਣਾ ਲੈਂਦੇ ਨੇ, ਪਰ ਮੰਦਰ ਤਾਂ ਸਦਾ ਹੀ ਪਵਿੱਤਰ ਹੈ। ਇਹ ਅਪਵਿੱਤਰ ਮੰਨਣ ਲੱਗ ਪੈਂਦੇ ਨੇ। ਇਸ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਤੂੰ ਨਾਮ ਵਿਸਾਰ, ਕਿ ਇਹ ਦੁਨੀਆਦਾਰੀ ਹੈ ਅਤੇ ਦੁਨੀਆਦਾਰੀ ਦੇ ਵਿੱਚ ਧਰਮ ਵੀ ਫਸਿਆ ਹੋਇਆ ਹੈ ਅਤੇ ਧਰਮ ਵੀ ਦੁਨੀਆਦਾਰੀ ਦੇ ਨੁਕਤੇ ਤੋਂ ਹੀ ਚੱਲ ਰਿਹਾ ਹੈ। ਇਸ ਕਰਕੇ ਤੂੰ ਨਾ ਵਿਸਾਰ ਕਿ ਤੇਰੇ 'ਤੇ ਗੱਲ ਹੈ ਅਕਾਲ ਪੁਰਖ। ਅਗਰ ਤੂੰ ਨਾ ਵਿਸਰਿਆ, ਤੂੰ ਨਾ ਵਿਸਰਨ ਦਾ ਭਾਵ ਕੀ ਹੈ ਕਿ ਮੈਂ ਤੈਨੂੰ ਯਾਦ ਕਰਦਾ ਹਾਂ, ਅਤੇ ਜਦੋਂ ਤੈਨੂੰ ਯਾਦ ਕਰਦਾ ਹਾਂ ਤਾਂ ਤੇਰੀ ਕਿਰਪਾ ਦਾ ਅਤੇ ਤੇਰੀ ਨਵਾਜ਼ਿਸ਼ ਦਾ ਕੋਈ ਨਾ ਕੋਈ ਰੂਪ ਧਰਤੀ 'ਤੇ ਉਤਰਨਾ ਹੀ ਉਤਰਨਾ ਹੈ। ਜਦੋਂ ਉਹ ਉਤਰੇਗਾ ਉਦੋਂ ਇਹਨਾਂ ਮਜ਼ਹਬਾਂ ਦੀ ਜਿਹੜੀ ਛੋਟੀ ਕਾਣ ਹੈ ਉਹ ਮਿੱਟੀ ਜਾਏਗੀ। ਅਤੇ ਫਿਰ ਅਸੀਂ ਵਾਕ ਪੜ੍ਹਦੇ ਹਾਂ, ਫੇਰ ਦੀਆ ਦੇਹੁਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰਲਾ। ਕਹਿੰਦੇ ਕਿਉਂ? ਕਿਉਂਕਿ ਉਹਨੇ ਨਹੀਂ ਸੀ ਵਿਸਾਰਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ। ਤਾਂ ਇਸੇ ਪ੍ਰਕਾਰ ਜਿਹੜਾ ਦਰ ਐਸਾ ਹੈ, ਹੁਣ ਅਸੀਂ ਹਰਿਮੰਦਰ ਸਾਹਿਬ ਦਾ ਆਪਣੇ ਮਨ 'ਚ ਦਰਸ਼ਨ ਇਸ਼ਨਾਨ ਦੀ ਲੋਚਾ ਰੱਖਦੇ ਹਾਂ। ਉਹਦਾ ਕਿੱਡਾ ਵੱਡਾ ਸਿਧਾਂਤ ਹੈ। ਗੁਰੂ ਸਾਹਿਬ ਜੀ ਨੇ 4 ਦਰਵਾਜ਼ੇ ਰੱਖੇ ਨੇ ਕਿ ਦੁਨੀਆ ਦੇ 4 ਵਰਨਾਂ ਦੀ ਨਵਾਜ਼ਿਸ਼ ਹੈ, ਔਰ 4 ਵਰਨਾਂ ਦਾ ਵੱਡਾ ਰੂਪ, 4 ਵਰਨਾਂ ਦਾ ਇੰਨਾ ਕੁ ਰੂਪ ਨਹੀਂ ਕਿ ਬ੍ਰਾਹਮਣ ਖੱਤਰੀ ਸ਼ੂਦ ਅਤੇ ਵੈਸ਼। ਬ੍ਰਾਹਮਣ ਦਾ ਮਤਲਬ ਕੁੱਲ ਦੁਨੀਆ ਦੇ ਜਿੰਨੇ ਗਿਆਨ ਦੇ ਅਭਿਆਸ ਕਰਨ ਵਾਲੇ ਬੰਦੇ ਨੇ, ਫਿਲਾਸਫਰ ਨੇ, ਜਿਹੜੇ ਆਪਣੇ ਆਪ ਨੂੰ ਕੇਵਲ ਗਿਆਨ ਦੇ ਵਿੱਚ ਮੰਨਦੇ ਨੇ, ਇੱਕ ਦੁਆਰ ਉਹਨਾਂ ਲਈ ਹੈ। ਜਿਹੜੇ ਦੁਨੀਆ ਦੇ ਇਸੇ ਪ੍ਰਕਾਰ ਦੁਨੀਆ 'ਤੇ ਜ਼ੁਲਮ ਦੀ ਹਰੇਕ ਹਰਕਤ ਨੂੰ ਰੋਕਣ ਦੀ, ਅਤਿਆਚਾਰ ਦੇ ਹਰੇਕ ਪੱਧਰ ਨੂੰ ਰੋਕਣ ਦੀ ਕਾਰਜਸ਼ੀਲ ਨੇ, ਖੱਤਰੀ ਕਰਮ ਦੇ ਵਿੱਚ ਪੈ ਕੇ ਲੋਕ, ਉਹਨਾਂ ਲਈ ਇੱਕ ਦੁਆਰ ਹੈ। ਔਰ 4 ਦੁਆਰ ਰੱਖ ਕੇ ਉਹਨਾਂ ਦੀ ਸਾਂਝੀ ਵਾਲਤਾ ਬਣਾਈ ਹੈ ਕਿ ਆਓ ਭਾਵੇਂ 4 ਤਰੀਕਿਆਂ ਦੇ ਨਾਲ, ਪਰ ਇੱਥੇ ਆ ਕੇ ਤੁਹਾਨੂੰ ਸਾਂਝੀ ਵਾਲਤਾ ਦੇ ਰੂਪ ਵਿੱਚ ਬਹਿਣਾ ਪਏਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਜੋ ਦਰ ਐਸਾ ਹੋਏ। ਆਓ ਵੱਖਰੇ ਵੱਖਰੇ, ਪਰ ਜਦੋਂ ਬੈਠ ਗਏ ਉਦੋਂ ਤੁਹਾਡੀ ਕੋਈ ਕਾਣ, ਕੋਈ ਵੰਡ, ਕੋਈ ਬਾਕੀ ਨਹੀਂ ਰਹੇਗੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ। ਜਿਹੜਾ ਦਰ ਐਸਾ ਹੈ ਜਿੱਥੇ ਇੰਨਾ ਪਿਆਰ, ਇੰਨੀ ਨਵਾਜ਼ਿਸ਼, ਇੰਨਾ ਉਚਾਈ ਜੀਵਨ ਨੂੰ ਮਿਲਦੀ ਹੈ, ਉਹ ਦਰ ਕਿਵੇਂ ਛੱਡ ਸਕਦੇ ਹਾਂ। ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਝਬਕ। ਹੁਣ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਮਨੁੱਖ ਸਮਝਦਾ ਹੈ ਉਹਨੂੰ ਅਕਾਲ ਪੁਰਖ ਦੀ ਕਿਰਪਾ ਦਾ ਅਹਿਸਾਸ ਆਉਂਦਾ ਹੈ। ਜਿਵੇਂ ਕਈ ਐਸੇ ਆਪ ਜੀ ਨੇ ਵੀ ਦੇਖੇ ਹੋਣਗੇ ਗੁਰਸਿੱਖ ਕਿ ਜਿਹੜੇ ਜੀਵਨ ਦਾ ਪਹਿਲਾ ਪੱਧਰ ਥੋੜ੍ਹਾ ਮਾਇਆ ਦੇ ਮਨਮੁਖਤਾ ਦੇ ਪ੍ਰਭਾਵ ਵਾਲਾ ਰਿਹਾ, ਪਰ ਬਾਅਦ ਦੇ ਵਿੱਚ ਗੁਰੂ ਕਿਰਪਾ ਹੋ ਗਈ, ਕੋਈ ਪੂਰਬਲਾ ਕਰਮ ਅੰਕੁਰਿਤ ਹੋ ਗਿਆ, ਕਿਸੇ ਵੱਡੇ ਅਨੁਭਵੀ ਗੁਰਸਿੱਖ ਦੀ ਸੰਗਤ ਪ੍ਰਾਪਤ ਹੋ ਗਈ, ਜਾਂ ਗੁਰਬਾਣੀ ਦੇ ਉਪਦੇਸ਼ ਨੇ ਉਹਦੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿੱਤਾ ਅਤੇ ਉਹਦਾ ਜੀਵਨ ਗੁਰਮੁਖਾਂ ਵਾਲਾ ਹੋ ਗਿਆ। ਤਾਂ ਉਸੇ ਅਨੁਭਵ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਡੂਬਾ ਥਾ। ਜਦੋਂ ਤੱਕ ਗੁਰੂ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹਿਰਦੇ ਘਰ ਵਿੱਚ ਨਹੀਂ ਹੋਇਆ, ਜਦੋਂ ਤੱਕ ਹਿਰਦਾ ਨਾਮ ਰਸ ਦੇ ਨਾਲ ਨਹੀਂ ਸੀ ਭਿੱਜਿਆ, ਜਦੋਂ ਤੱਕ ਬੁੱਧੀ ਦੇ ਵਿੱਚ ਗੁਰੂ ਦੇ ਗਿਆਨ ਦਾ ਦੀਪਕ ਨਹੀਂ ਸੀ ਜਲਿਆ, ਉਦੋਂ ਤੱਕ ਡੂਬਾ ਥਾ। ਦੁਨੀਆਦਾਰੀ ਦੀ ਜਿਹੜੀ ਧਾਵਣੀ ਸੀ ਉਹਦੇ ਵਿੱਚ ਡੁੱਬਿਆ ਸਾਂ, ਵਕਾਰਾਂ ਦੇ ਰਸਾਂ ਕਸਾਂ ਦੇ ਵਿੱਚ ਗਲਤਾਨ ਸਾਂ, ਵਿਸ਼ਿਆਂ ਦੇ ਭੋਗਾਂ ਦੀ ਹੀ ਭੱਜ ਦੌੜ ਸੀ, ਮਾਇਕੀ ਪਦਾਰਥਾਂ ਦੀ ਹੀ ਖਿੱਚ ਸੀ। ਕਹਿੰਦੇ ਇਸ ਕਰਕੇ ਡੂਬਾ ਥਾ। ਇੱਕ ਵਾਰੀ ਤਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਿਆ ਸਾਂ, ਪਰ
ਉਭਰਿਓ। ਪਰ ਫਿਰ ਤਾਂ ਆ ਗਿਆ ਕਿਸ ਤਰ੍ਹਾਂ, ਗੁਣ ਕੀ ਲਹਿਰ ਝਬਕ। ਤੇ ਕਹਿੰਦੇ ਕੋਈ ਇੱਕ ਗੁਣਾਂ ਦੀ ਲਹਿਰ ਆਈ, ਕੋਈ ਗੁਣ ਰੂਪ ਭਗਤੀ ਦਾ ਕਰਮ ਕੀਤਾ, ਜਿਨਨੇ ਸਾਰੇ ਉਸ ਵਿਕਾਰਾਂ ਦੀ ਲਹਿਰ ਤੋਂ ਉਭਾਰ ਕੇ ਤੇ ਸਾਨੂੰ ਉੱਪਰ ਲੈ ਆਣ ਦਿੱਤਾ ਹੈ। ਗੁਣ ਕੀ ਭਾਰ ਕੇ ਇੱਕ ਗੁਣ ਦੀ ਲਹਿਰ ਦੇ ਨਾਲ ਬਾਹਰ ਕੱਢ ਦਿੱਤਾ ਹੈ। ਤੇ ਕਹਿੰਦੇ ਜਬ ਦੇਖਿਓ ਬੇੜਾ ਜਰਜਰਾ, ਤਬ ਉੱਤਰ ਪਰਿਓ ਹਰੋਂ ਫਰਕ। ਤਾਂ ਜਦੋਂ ਸਮਝ ਆਈ ਕਿ ਵਿਕਾਰਾਂ ਦੇ ਵਿੱਚ ਰਹਿਣ ਦੇ ਨਾਲ ਇਹ ਬੇੜਾ ਜਰਜਰਾ ਹੋ ਗਿਆ ਹੈ, ਹੁਣ ਇਹ ਕਿਸੇ ਕੰਮ ਨਹੀਂ ਹੈ, ਤੇ ਕਹਿੰਦੇ ਇਹਦਾ ਵੀ ਗੁਮਾਨ, ਇਹਦੀ ਵੀ ਪਕੜ, ਇਹਦੀ ਵੀ ਖਿੱਚ ਛੱਡ ਦਿੱਤੀ। ਤਬ ਉੱਤਰ ਪਰਿਓ ਹਉ ਫਰਕ, ਤੇ ਆਪਣਾ ਫਰਕ ਕਰ ਲਿਆ, ਬੜੇ ਪ੍ਰਕਾਰ ਨਾਲ ਇਹਦੇ ਤੋਂ ਅਲੇਪ ਹੋ ਗਏ। ਹੁਣ ਇਸ ਸ਼ਲੋਕ ਦਾ ਭਾਵ ਵੀ ਬੜਾ ਗਹਿਰਾ ਹੈ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਡੂਬਾ ਥਾ। ਇਹਦਾ ਮਤਲਬ ਇਹ ਹੈ, ਭਾਵ ਇਹ ਬਣਦਾ ਹੈ ਕਿ ਇਹ ਉਸ ਮਨੁੱਖ ਨੂੰ ਨਵਾਜ਼ਿਸ਼ ਦਿਵਾ ਰਿਹਾ ਸ਼ਲੋਕ, ਜਿਹੜੇ ਮਨੁੱਖ ਕਈ ਵਾਰੀ ਸਮਝਦੇ ਨੇ ਕਿ ਸਾਡੇ ਕੋਈ ਜੀਵਨ ਦੇ ਵਿੱਚ ਅਣਜਾਣ ਜਾਂ ਸੁਚੇਤ ਰੂਪ ਦੇ ਵਿੱਚ ਬੜੇ ਗੁਨਾਹ ਹੋ ਗਏ ਨੇ, ਹੁਣ ਸਾਡੇ ਬਖਸ਼ਣ ਦੀ ਕੋਈ ਥਾਂ ਨਹੀਂ ਹੈ, ਜਾਂ ਹੁਣ ਅਸੀਂ ਦੁਬਾਰਾ ਉਸ ਜੀਵਨ 'ਤੇ ਨਹੀਂ ਆ ਸਕਦੇ ਜਿਹੜਾ ਜੀਵਨ ਸਾਡਾ ਸ਼ੁੱਧਤਾ ਵਾਲਾ ਪਹਿਲਾਂ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ ਕੀ ਲਹਿਰ ਝਬਕ, ਕਿ ਇਸ ਪ੍ਰਕਾਰ ਗੁਨਾਹ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਤਾਂ ਪੂਰਾ ਭਰਿਆ ਹੋਇਆ ਹੈ, ਪਰ ਗੁਨਾਹ ਤੋਂ ਮੁਕਤ ਹੋਣ ਦਾ ਅਹਿਸਾਸ ਜੇ ਇੱਕ ਵਾਰੀ ਪੈਦਾ ਹੋ ਗਿਆ ਤੇ ਉਹ ਤੇਰੇ ਜੀਵਨ ਨੂੰ ਉਭਾਰ ਲਏਗਾ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਕਹਿੰਦੇ ਕਿ ਕਿਸੇ ਇੱਕ ਲੌਕਿਕ ਕਥਾ ਹੈ, ਕਿਸੇ ਬੰਦੇ ਦੇ ਕੋਲੋਂ ਕੋਈ ਅਪਰਾਧ ਹੋ ਗਿਆ ਤਾਂ ਕੋਈ ਕਿਸੇ ਤਰ੍ਹਾਂ ਦਾ, ਤਾਂ ਉਹਨੂੰ ਸਜ਼ਾ ਦਿੱਤੀ ਗਈ ਕਿ ਉਹਨੂੰ ਰਾਜ ਦਰਬਾਰ ਦੇ ਵਿੱਚ, ਉਹਦੇ ਪਹਿਲਾਂ ਝੂਠਾ ਇਲਜ਼ਾਮ ਸੀ ਕੁਝ ਇਸ ਤਰ੍ਹਾਂ ਦਾ ਬਣਾ ਕੇ ਉਹਨੂੰ ਸਜ਼ਾ ਦਿੱਤੀ ਗਈ। ਤੇ ਕਹਿੰਦੇ ਸਜ਼ਾ ਉਹ ਈਸਾ ਮਸੀਹ ਕੋਲ ਲੈ ਗਏ। ਕਹਿਣ ਲੱਗੇ ਕਿ ਉਹਨੂੰ ਚੌਂਕ ਦੇ ਵਿੱਚ ਖਿਲਾਰ ਕੇ ਨਾ, ਜਿਹੜਾ ਇਹਦਾ ਗੁਨਾਹ ਹੈ ਇਹਨੂੰ ਰੋੜੇ ਮਾਰੇ ਜਾਣ। ਤਾਂ ਉਹ ਸਾਰੇ, ਬੜੀ ਦੁਨੀਆ ਇਕੱਠੀ ਹੋ ਗਈ ਕਿ ਰੋੜੇ ਮਾਰਾਂਗੇ। ਇੰਨੇ 'ਚ ਨੂੰ ਉੱਥੇ ਈਸਾ ਮਸੀਹ ਆ ਗਏ। ਕਹਿਣ ਲੱਗੇ ਕੀ ਗੱਲ ਹੈ? ਕਹਿੰਦੇ ਇਹਨੇ ਇਹ ਅਪਰਾਧ ਕੀਤਾ ਹੈ ਅਤੇ ਸਮੇਂ ਦੇ ਕਾਨੂੰਨ ਵੱਲੋਂ ਇਹਨੂੰ ਜਿਹੜੀ ਹੈ ਰੋੜੇ ਮਾਰਨ ਦੀ ਸਜ਼ਾ ਸੁਣਾਈ ਗਈ, ਇਹਨੂੰ ਚੌਂਕ 'ਚ ਖਿਲਾਰ ਦਿੱਤਾ ਗਿਆ। ਈਸਾ ਮਸੀਹ ਨੂੰ ਮੰਨਦੇ ਸਨ। ਉਹ ਕਹਿਣ ਲੱਗੇ ਠੀਕ ਹੈ, ਤੁਸੀਂ ਰੋੜੇ ਮਾਰ ਸਕਦੇ ਹੋ, ਪਰ ਪਹਿਲਾਂ ਉਹ ਮਨੁੱਖ ਹੱਥ ਖੜਾ ਕਰੇ ਜਿਹਨੇ ਅਜੇ ਤੱਕ ਇੱਕ ਵੀ ਪਾਪ ਨਹੀਂ ਕੀਤਾ, ਜਿਹਦਾ ਹਿਰਦਾ ਪਾਪ ਤੋਂ ਬਿਲਕੁਲ ਰਹਿਤ ਹੈ, ਜਿਹਨੇ ਅਜੇ ਤੱਕ ਜਿਹਦੇ ਹੱਥ ਪਾਪ ਲਈ ਜਾਂ ਜਿਹਦੇ ਖਿਆਲ ਪਾਪ ਲਈ ਨਹੀਂ ਉੱਠੇ, ਉਹ ਇਨਸਾਨ ਪਹਿਲਾਂ ਰੋੜਾ ਮਾਰ ਦੇ, ਬਾਕੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਮਾਰੀ ਜਾਣ। ਜਦੋਂ ਇਹ ਗੱਲ ਕਹੀ ਸਾਰੇ ਪਿੱਛੇ ਹਟ ਗਏ। ਦੁਨੀਆ ਦੇ ਵਿੱਚ ਗੁਨਾਹ ਪਾਪ ਹਰੇਕ ਬੰਦੇ ਕੋਲ ਹੋਣਾ ਸੁਭਾਵਿਕ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ ਕੀ ਲਹਿਰ ਝਬਕ, ਪਰ ਹੌਲੀ ਹੌਲੀ ਜੀਵਨ ਦੇ ਵਿੱਚ ਉਹਦੇ ਤੋਂ ਉੱਭਰਿਓ ਦਾ ਭਾਵ ਕੀ ਹੈ? ਹੁਣ ਜਦੋਂ ਬੰਦਾ ਡੁੱਬਦਾ ਹੈ, ਉਹ ਉੱਭਰਨ ਦਾ ਯਤਨ ਵੀ ਤਾਂ ਆਪ ਕਰਦਾ। ਵੱਖਰੀ ਗੱਲ ਹੈ ਜਦੋਂ ਥੋੜ੍ਹੀ ਬਹੁਤੀ ਬਾਂਹ ਮਾਰਦਾ ਡੁੱਬਦਿਆਂ ਹੋਇਆਂ, ਜਾਂ ਚੀਕ ਮਾਰਦਾ, ਉਹ ਤਾਂ ਕਿਸੇ ਨੂੰ ਸੁਣਾਈ ਪੈ ਜਾਂਦੀ ਹੈ, ਜਾਂ ਉਹਦਾ ਹੱਥ ਮਾਰਦਿਆਂ ਕਿਤੇ ਹੱਥ ਇਹੋ ਜਿਹੇ ਥਾਂ ਪੈ ਜਾਂਦਾ ਹੈ ਕਿ ਉਹ ਰੁੜਨ ਤੋਂ ਬਚ ਜਾਂਦਾ ਹੈ। ਤਾਂ ਇਸੇ ਪ੍ਰਕਾਰ ਜੇ ਅਸੀਂ ਕੋਈ ਨਿਵਾਣ ਵਾਲਾ ਜੀਵਨ ਜਿਉਂ ਵੀ ਰਹੇ ਹਾਂ ਤਾਂ ਉਹਦੇ ਵਿੱਚ ਉੱਭਰਿਓ ਦਾ ਭਾਵ ਸਾਨੂੰ ਯਾਦ ਰੱਖਣਾ ਚਾਹੀਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ ਕੀ ਲਹਿਰ, ਜਿਹੜੀ ਪਹਿਲਾਂ ਲਹਿਰਾਂ ਡਬੋ ਰਹੀਆਂ ਸਨ ਉਹ ਅਵਗੁਣਾਂ ਦੀਆਂ ਸਨ, ਅਤੇ ਜਿੰਨੇ ਉੱਪਰ ਕੱਢ ਕੇ ਲੈਣ ਦਿੱਤਾ ਉਹ ਗੁਣ ਦੀ ਹੈ। ਗੁਣ ਦਾ ਭਾਵ ਜਦੋਂ ਭਗਤੀ ਦਾ, ਗਿਆਨ ਦੀ, ਵਿਚਾਰ ਦਾ, ਸਿਮਰਨ ਅਭਿਆਸ ਦਾ ਕਰਮ ਕੀਤਾ ਅਤੇ ਉਹਨੇ ਤਾਂ ਸੰਸਾਗਰ ਦੇ ਵਿੱਚ ਡੁੱਬਿਆਂ ਹੋਇਆਂ ਨੂੰ ਪਾਰ ਕੱਢਿਆ। ਜਦੋਂ ਗਿਆਨ ਦੀ ਵਿਚਾਰ ਕੀਤੀ ਫਿਰ ਸੋਝੀ ਆਉਂਦੀ ਗਈ ਕਿ ਕਰਮ ਨਿਰਮਲ ਹੋਣੇ ਚਾਹੀਦੇ ਨੇ, ਇਕੱਲੇ ਬਾਹਰੀ ਰੂਪ ਦੇ ਵਿੱਚ ਨਹੀਂ, ਅੰਦਰੂਨੀ ਰੂਪ ਦੇ ਵਿੱਚ। ਮੈਂ ਆਪ ਜੀ ਦੇ ਨਾਲ ਇੱਕ ਦਿਨ ਵਾਰਤਾ ਸਾਂਝੀ ਕੀਤੀ ਸੀ ਕਿ ਅਲ ਗਜ਼ਾਲੀ ਸਾਹਿਬ ਦੇ ਜੀਵਨ ਦੀ ਹੈ, ਕਿ ਉਹ ਪੁਸਤਕਾਂ ਦੇ ਮਸਲੇ 'ਚ ਉਹ ਲਾਲਚ ਕਰ ਬੈਠੇ ਥੋੜ੍ਹਾ ਜਿਹਾ, ਅਤੇ ਕਾਫੀ ਦਿਨ ਉਹ ਪਸ਼ੇਮਾਨ ਰਹੇ, ਉਹ ਨੇਤਰਾਂ 'ਚੋਂ ਨੀਰ ਵਹਿੰਦਾ ਰਿਹਾ। ਤਾਂ ਉਹਨਾਂ ਦੇ ਕਿਸੇ ਚੇਲੇ ਨੇ ਉਹਨਾਂ ਨੂੰ ਪੁੱਛਿਆ ਕਿ ਅਲ ਗਜ਼ਾਲੀ ਸਾਹਿਬ ਤੁਸੀਂ ਐਡੇ ਵੱਡੇ ਸੰਤ ਸਕਾਲਰ ਜੇ, ਤੁਹਾਡੇ ਰੋਣ ਦਾ ਕਾਰਨ ਸੁਧਾਰ ਨਹੀਂ ਹੋ ਸਕਦਾ ਕੀ? ਤਾਂ ਉਹ ਕਹਿਣ ਲੱਗੇ ਕਿ ਮੈਂ ਕਿਸੇ ਬਾਜ਼ਾਰ 'ਚੋਂ ਗੁਜ਼ਰਿਆ, ਉੱਥੇ ਕਿਤਾਬਾਂ ਲੈਣੀਆਂ ਸਨ, ਪੈਸੇ ਥੋੜ੍ਹੇ ਸਨ, ਪਰ ਲੋਭ ਦੀ ਦ੍ਰਿਸ਼ਟੀ ਚਲੀ ਗਈ ਉਹਨਾਂ ਕਿਤਾਬਾਂ 'ਤੇ, ਅਤੇ ਉਹ ਲੋਭ ਦਾ ਜਿਹੜਾ ਖਿਆਲ ਉਦਣ ਦਾ ਆਇਆ ਉਹਦੇ ਕਰਕੇ ਪਛਤਾਵਾ ਕਰ ਰਿਹਾ ਤਾਂ ਨੇਤਰਾਂ 'ਚੋਂ। ਇੰਨਾ ਇੰਟੈਂਸ ਧਰਮ ਕੌਣ ਜਿਉਂਦਾ ਅੱਜ ਦੇ ਸਮੇਂ 'ਚ? ਲੋਕੀ ਤਾਂ ਬਾਹਰੀ ਗੁਨਾਹ ਕਰਕੇ ਵੀ ਆਪਣੇ ਆਪ ਨੂੰ ਗੁਨਾਹਗਾਰ ਨਹੀਂ ਸਮਝਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ ਕੀ ਲਹਿਰ ਝਬਕ, ਜਦੋਂ ਗਿਆਨ ਦੀ ਵਿਚਾਰ ਕੀਤੀ ਹਿਰਦਾ ਇੰਨਾ ਸਵੱਛ ਹੋ ਗਿਆ ਕਿ ਉਹਦੇ ਵਿੱਚ ਕਿਸੇ ਇੱਕ ਵੀ ਅਵਗੁਣ ਕਰਮ ਦਾ ਅੰਸ਼ ਨਾ ਬਚਿਆ। ਦੇਹ ਇੰਨੀ ਨਿਰਮਲ ਹੋ ਗਈ ਕਿ ਉਹਦੇ ਵਿੱਚ ਕਿਸੇ ਕਰਮ ਦੇ ਵਿਅਰਥ ਭਟਕਣਾ ਦੀ ਥਾਂ ਹੀ ਨਹੀਂ ਬਚੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਗੁਣਾਂ ਦੇ ਭਾਵ ਕਿ ਭਗਤੀ ਦੇ ਕਰਮ ਨੇ
ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਬਾਹਰ ਕੱਢ ਦਿੱਤਾ ਹੈ। ਜਬ ਦੇਖਿਓ ਬੇੜਾ ਜਰਜਰਾ। ਅਤੇ ਫਿਰ ਜਦੋਂ ਇਹ ਸੋਝੀ ਆਈ, ਜਦੋਂ ਭਗਤੀ ਕਰਮ ਕਰਦਿਆਂ ਸੋਝੀ ਆਈ ਕਿ ਹੁਣ ਤਾਂ ਜੀਵਨ ਬੜਾ ਜਰਜਰਾ ਹੋ ਚੱਲਿਆ ਇਹਨਾਂ ਵਿਕਾਰਾਂ ਦੇ ਵਿੱਚ। ਇਹਦਾ ਇੱਕ ਹੋਰ ਵੀ ਭਾਵ ਹੈ। ਜਦੋਂ ਕਿਹਾ ਨਾ ਜਬ ਦੇਖਿਓ, ਇਹਦਾ ਮਤਲਬ ਜਦੋਂ ਬੰਦਾ ਵਿਕਾਰਾਂ ਤੋਂ ਉੱਭਰਦਾ ਹੈ ਉਦੋਂ ਹੀ ਵਿਕਾਰਾਂ ਵਾਲੇ ਭਾਵ ਨੂੰ ਦੇਖ ਸਕਦਾ ਹੈ। ਜਿੰਨਾ ਚਿਰ ਬੰਦਾ ਵਿਕਾਰਾਂ ਦੇ ਵਿੱਚ ਗਲਤਾਨ ਹੈ ਜਾਂ ਵਿਕਾਰਾਂ ਦੇ ਵਿੱਚ ਗ੍ਰਸਤ ਹੈ, ਉਨਾ ਚਿਰ ਵਿਕਾਰਾਂ ਦੀ ਕੀ ਨਿਵਾਣ ਹੈ, ਉਹਨਾਂ ਦਾ ਕੀ ਨੁਕਸਾਨ ਹੈ, ਇਹਦਾ ਬੋਧ ਉਹਨੂੰ ਨਹੀਂ ਹੋ ਸਕਦਾ। ਜਿਵੇਂ ਬੰਦਾ ਨਸ਼ੇ ਵਿੱਚ ਗਲਤਾਨ ਹੈ ਤਾਂ ਉਹਨੂੰ ਨਹੀਂ ਪਤਾ ਹੋਏਗਾ ਕਿ ਕੀ ਹਾਲਤ ਮੇਰੇ ਨਾਲ ਵਾਪਰ ਰਹੀ ਹੈ, ਪਰ ਜਦ ਨਸ਼ੇ ਤੋਂ ਮੁਕਤ ਹੋ ਕੇ ਆਪਣੀ ਉਸੇ ਹਾਲਤ ਨੂੰ ਦੁਬਾਰਾ ਦੇਖੇਗਾ ਜਾਂ ਚਿਤਵੇਗਾ ਅਤੇ ਉਹਨੂੰ ਉਹਦਾ ਅਹਿਸਾਸ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਦੇਖਿਓ ਬੇੜਾ ਜਰਜਰਾ, ਜਦੋਂ ਵਿਕਾਰਾਂ ਦੇ ਪ੍ਰਭਾਵ ਤੋਂ ਬਾਹਰ ਆ ਕੇ ਦੇਖਿਆ ਕਿ ਇਹਨਾਂ ਕਰਕੇ ਜੀਵਨ ਦਾ ਜਿਹੜਾ ਜ਼ਿਆਦਾ ਨੁਕਸਾਨ ਹੋ ਰਿਹਾ, ਕਹਿੰਦੇ ਤਬ ਉੱਤਰ ਪਰਿਓ, ਫਿਰ ਇਹਨਾਂ ਦਾ ਪੱਕਾ ਹੀ ਖਹਿੜਾ ਛੱਡ ਦਿੱਤਾ। ਹਉ ਫਰਕ, ਅਤੇ ਬੜੇ ਆਰਾਮ ਦੇ ਨਾਲ ਇਹਦੇ ਤੋਂ ਬਾਹਰ ਹੋ ਗਿਆ, ਭਾਵ ਕਿ ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਮਾਇਆ ਦੇ ਕੁੱਲ ਪ੍ਰਭਾਵ ਤੋਂ ਅਲਿਪਤ ਕਰ ਲਿਆ ਹੈ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਪਾਪੀ ਭਗਤ ਨਾ ਭਾਵਈ, ਜਿਹਦੇ ਹਿਰਦੇ ਵਿੱਚ ਹਰ ਵੇਲੇ ਪਾਪ ਹੀ ਭਰਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਭਗਤ ਨਾ ਭਾਵਈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤੀ ਦਾ ਕਰਮ ਉਹਨੂੰ ਨਹੀਂ ਭਾ ਸਕਦਾ। ਹਰ ਪੂਜਾ ਨਾ ਸੁਹਾਏ, ਅਤੇ ਜਿਹੜੀ ਰਸਨਾ ਤੋਂ ਅਰਾਧਨਾ ਕਰਕੇ, ਚਿੱਤ ਦੇ ਵਿੱਚ ਚਿੰਤਨ ਕਰਕੇ ਪ੍ਰਭੂ ਦੀ ਪੂਜਾ ਕਰਨੀ ਹੈ, ਕਹਿੰਦੇ ਉਹਨੂੰ ਨਹੀਂ ਸੁਹਾਉਂਦੀ। ਕਿਉਂ? ਕਿਉਂਕਿ ਉਹਦਾ ਸੁਭਾਅ ਕੈਸਾ ਹੈ, ਮਾਖੀ ਚੰਦਨ ਪਰਹਰੈ, ਜਿਹੜੀ ਮੱਖੀ ਹੈ ਚੰਦਨ ਛੱਡ ਦਿੰਦੀ ਹੈ। ਜਹ ਬਿਗੰਧ ਤਹ ਜਾਏ, ਪਰ ਜਿੱਥੇ ਦੁਰਗੰਧ ਹੈ, ਜਿੱਥੇ ਮੈਲ ਹੈ ਜਾਂ ਜਿੱਥੇ ਕੁਝ ਗੰਦਗੀ ਹੈ, ਉਹ ਉੱਥੇ ਜਾ ਕੇ ਜ਼ਰੂਰ ਬੈਠੇ, ਕਿਉਂਕਿ ਮਾਖੀ ਦਾ ਸੁਭਾਅ ਹੀ ਐਸਾ। ਗੁਰਬਾਣੀ 'ਚ ਵਾਗ ਨਾ, ਮਾਖੀ ਰਾਮ ਕੀ ਤੂੰ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਵੈਸੇ ਵਿਖਿਆ ਮਦ ਚਾਖੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਪੀ ਭਗਤ ਨਾ ਭਾਵਈ। ਹੁਣ ਇਸ ਸ਼ਲੋਕ ਦਾ ਵੀ ਇੱਕ ਬੜਾ ਗਹਿਰਾ ਭਾਵ ਇਹ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਪੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਪੀ ਜਦੋਂ ਹਿਰਦਾ ਪਾਪ ਨਾਲ ਭਰਿਆ। ਹੁਣ ਕਦੇ ਵਾਚ ਲੈਣਾ ਕਿ ਪਾਪ ਕਦੀ ਅਸੀਂ ਇੱਕ ਪੱਧਰ 'ਤੇ ਨਹੀਂ ਕਰਦੇ, ਪਾਪ ਬਹੁਤ ਪੱਧਰਾਂ 'ਤੇ ਹੁੰਦਾ। ਔਰ ਪਾਪ ਦਾ ਸਭ ਤੋਂ ਵੱਡਾ ਮਨੋਵਿਗਿਆਨਕ ਨੁਕਸ ਇਹ ਕੀ ਹੈ ਕਿ ਜਦੋਂ ਬੰਦਾ ਕਰ ਰਿਹਾ ਹੁੰਦਾ ਉਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਹੁਣ ਉਦਾਹਰਨ ਦੇ ਤੌਰ 'ਤੇ ਹਿਰਦਾ ਜਾਂ ਸਾਡੀ ਬੁੱਧੀ ਵਿਕਾਰਾਂ ਤੋਂ ਪ੍ਰਭਾਵਿਤ ਹੈ। ਕਦੇ ਕਾਮ ਦੇ ਵੱਸ ਹੋ ਕੇ ਮਲੀਨ ਦੇਖ ਲਿਆ ਜਾਂ ਦੇਖਣ ਦਾ ਖਿਆਲ ਆ ਗਿਆ, ਇਹ ਵੀ ਪਾਪ ਹੈ। ਲੋਭ ਦੀ ਬਿਰਤੀ ਦੇ ਹਿਰਦਾ ਅਧੀਨ ਹੈ, ਕਿਸੇ ਦਾ ਧਨ ਚੁਰਾਉਣ ਦੀ, ਹੜੱਪਣ ਦੀ ਜਾਂ ਉਹਨੂੰ ਆਪਣੇ ਕੋਲ ਕਰਨ ਦੀ ਕੋਈ ਖਿਆਲ ਆ ਗਿਆ, ਇਹ ਵੀ ਇੱਕ ਪਾਪ ਦੀ ਅਵਸਥਾ ਹੈ। ਇਸੇ ਪ੍ਰਕਾਰ ਅਹੰਕਾਰ ਵੱਸ ਹੋ ਕੇ ਦੂਜੇ ਦੀ ਹਸਤੀ ਨੂੰ ਨੀਵਾਂ ਦਿਖਾਉਣ ਦਾ, ਅਪਮਾਨ ਕਰਨ ਦਾ ਜਾਂ ਮਾਣਹਾਨੀ ਕਰਨ ਦਾ ਖਿਆਲ ਆ ਗਿਆ, ਇਹ ਵੀ ਪਾਪ ਹੈ। ਅਤੇ ਜਿਹੜਾ ਰੋਜ਼ਾਨਾ ਇਸ ਤਰ੍ਹਾਂ ਦੇ ਖਿਆਲਾਂ ਦੇ ਵਿੱਚ ਫਸਿਆ ਹੈ, ਅਤੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਪਾਪੀ, ਭਾਵ ਕਿ ਜਿਹੜਾ ਪਾਪ ਦੇ ਕਰਮ ਦੇ ਵਿੱਚ ਹਰ ਵੇਲੇ ਰਹਿੰਦਾ ਹੈ, ਜਿਹਨੂੰ ਸੋਝੀ ਨਹੀਂ ਰਹਿੰਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤ ਨਾ ਭਾਵਈ, ਉਹਨੂੰ ਭਗਤੀ ਦਾ ਕਰਮ ਨਹੀਂ ਪਾ ਸਕਦਾ, ਕਿਉਂਕਿ ਪਾਪ ਹਮੇਸ਼ਾ ਹੀ ਨਿਵਾਣ ਵਾਲਾ ਹੁੰਦਾ ਹੈ। ਕੋਈ ਐਸਾ ਪਾਪ ਦੁਨੀਆ ਦੱਸ ਦਿਓ ਜਿਹੜਾ ਉਚਾਈ ਵੱਲ ਲਿਜਾਂਦਾ ਹੋਵੇ, ਹਰੇਕ ਪਾਪ ਸਾਨੂੰ ਨਿਵਾਣ ਵੱਲ ਲਿਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤ ਨਾ ਭਾਵਈ। ਹੁਣ ਇੱਕ ਪਾਸੇ ਯਤਨ ਕਹਿੰਦਾ ਕਿ ਮੈਂ ਗੁਰਮੁਖ ਬਣ ਜਾਵਾਂ, ਮੈਨੂੰ ਕੀਰਤਨ ਦਾ ਪੂਰਾ ਰਸ ਆਵੇ, ਕਥਾ ਦਾ ਗਿਆਨ ਦਾ ਪ੍ਰਕਾਸ਼ ਮੇਰੇ ਰੋਮ ਰੋਮ 'ਚ ਖੁੱਲ੍ਹ ਜਾਵੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਆਪਣੀ ਮੂਲ ਹਾਲਤ ਨਹੀਂ ਵਿਚਾਰਦਾ ਕਿ ਪਾਪੀ। ਮੇਰੇ ਕੋਲ ਐਸੇ ਬੜੇ ਬੰਦਿਆਂ ਨੇ ਇਕਬਾਲ ਕੀਤਾ ਹੈ ਆਪਣੇ ਸਾਹਮਣੇ ਕਿ ਜੀ ਅਸੀਂ ਨਹੀਂ ਸਤਸੰਗ 'ਚ ਬੈਠ ਸਕਦੇ, ਕਿਉਂਕਿ ਸਾਨੂੰ ਪਤਾ ਹੈ ਸਾਡੀ ਹਾਲਤ ਕੀ ਹੈ। ਕਹਿਣ ਲੱਗਾ ਨਿੱਤ, ਕਹਿੰਦੇ ਉਦਾਹਰਨ ਦੇ ਤੌਰ 'ਤੇ ਇੱਕ ਇਸ ਤਰ੍ਹਾਂ ਦਾ ਸੂਦ 'ਤੇ ਪੈਸੇ ਦੇਣ ਵਾਲਾ ਸੀ, ਉਹਨੇ ਮੇਰੇ ਸਾਹਮਣੇ ਇਕਬਾਲ ਕੀਤਾ। ਕਹਿਣ ਲੱਗਾ ਜੀ ਮੈਨੂੰ ਡਰ ਆਉਂਦਾ ਜਦ ਮੈਂ ਕਥਾ ਸੁਣਦਾ, ਇਸ ਕਰਕੇ ਮੈਂ ਤਾਂ ਨਹੀਂ ਗੁਰੂਦੁਆਰ ਵੜਦਾ, ਕਿਉਂਕਿ ਮੈਨੂੰ ਆਪਣਾ ਉਹ ਕਰਮ ਚੰਗਾ ਲੱਗਦਾ, ਮੈਂ ਉਹ ਕਰੀ ਜਾਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਪੀ ਭਗਤ ਨਾ ਭਾਵੇ। ਔਰ ਦੂਜੀ ਗੱਲ, ਜੇ ਕੋਈ ਪਾਪੀ ਆ ਕੇ ਬੈਠ ਵੀ ਗਿਆ ਹੈ ਤਾਂ ਉਹ ਆਪਣੀ ਸੁਰਤ ਨੂੰ ਗੁਰੂ ਸ਼ਬਦ 'ਤੇ ਕੇਂਦਰਿਤ ਨਹੀਂ ਕਰੇਗਾ, ਉਹ ਆਪਣੇ ਅੰਦਰੂਨ ਕੋਈ ਨਾ ਕੋਈ ਖਿਆਲ ਐਸਾ ਚਲਾਉਂਦਾ ਰਹੇਗਾ ਕਿ ਜਿਹੜੀ ਕਥਾ ਦਾ ਡਿਸਕੋਰਸ ਹੈ ਜਾਂ ਕੀਰਤਨ ਦਾ ਅਨੁਭਵ ਜਗਾਉਣ ਵਾਲਾ ਪੱਧਰ ਹੈ ਉਹ ਮੇਰੇ ਅੰਦਰ ਪ੍ਰਵੇਸ਼ ਨਾ ਕਰੇ, ਉਂਝ ਬੈਠਾ ਹੋਏਗਾ
ਪਰ ਉਹ ਆਪਣੀ ਸੁਰਤ ਨੂੰ ਕਿਸੇ ਹੋਰ ਪਾਸੇ ਰੱਖੇਗਾ, ਕਿਉਂਕਿ ਉਹਨੂੰ ਪਤਾ ਹੈ ਜਦੋਂ ਮੇਰੀ ਸੁਰਤ ਇੱਧਰਲੇ ਪਾਸੇ ਇਕਾਗਰ ਹੋਈ ਅਤੇ ਗਿਆਨ ਦੀ ਵਿਚਾਰ ਨੇ ਮੈਨੂੰ ਤੀਖਣ ਕਰਨਾ, ਅਤੇ ਜਿਹੜਾ ਨਾਮ ਰਸ ਦਾ ਅੰਮ੍ਰਿਤਮਈ ਭਾਵ ਹੈ ਉਹਨੇ ਮੈਨੂੰ ਕਾਂਬਾ ਛੇੜਨਾ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਹੈ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਹ ਮੁਸ਼ਕਿਲ ਹੋ ਜਾਂਦੀ ਹੈ। ਹੁਣ ਗੱਲ ਕੀ, ਮੁਸ਼ਕਿਲ ਕਥਾ ਨਹੀਂ ਪੈਦਾ ਕਰ ਰਹੀ, ਮੁਸ਼ਕਿਲ ਪੈਦਾ ਕਰ ਰਹੀ ਹੈ ਉਹਦੇ ਲਈ ਆਪਣੀ ਪਹਿਲੀ ਹਾਲਤ ਜਿਹੜੀ ਉਹਨੇ ਪਾਪ ਵਿੱਚ ਗ੍ਰਸਤ ਕਰ ਲਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਭਾਵ ਹੀ ਉਹਨੂੰ ਭਾਉਂਦੀ ਨਹੀਂ ਹੈ। ਹੁਣ ਤੁਸੀਂ ਦੇਖੋ ਕਿ ਦੁਨੀਆ ਵਿੱਚ ਬੜੇ ਸਾਨੂੰ ਸਪਸ਼ਟ ਹੁੰਦਾ ਹੈ ਕਿ ਆਹ ਬੰਦੇ ਬੜੇ ਅਪਰਾਧੀ ਕਿਸਮ ਦੇ ਨੇ, ਦੁਨੀਆਦਾਰੀ ਦੇ ਤੌਰ 'ਤੇ ਇਹਨਾਂ ਨੇ ਬੜਾ ਉਪਦਰਵ ਕੀਤਾ, ਬੜੇ ਮੰਦ ਕਰਮ ਕੀਤੇ ਨੇ, ਪਰ ਇਹ ਸੰਗਤ ਵਿੱਚ ਵੀ ਬੈਠੇ ਹੁੰਦੇ ਨੇ ਰੋਜ਼ਾਨਾ। ਤਾਂ ਮਤਾ ਜਾਣ ਲੈਣਾ ਕਿ ਉਹ ਬੜੇ ਆਨੰਦ ਵਿੱਚ ਬੈਠੇ ਨੇ ਜਾਂ ਬੜੇ ਇਕਾਗਰਤਾ ਦੇ ਨਾਲ ਬੈਠੇ ਨੇ। ਦਰਅਸਲ ਉਹ ਆਪਣੇ ਉਸ ਹਿੱਸੇ ਨੂੰ ਬਿਲਕੁਲ ਬੰਦ ਕਰ ਲੈਂਦੇ ਨੇ ਜਿਸ ਹਿੱਸੇ ਦੇ ਵਿੱਚ ਗਿਆਨ ਦੀ ਵਿਚਾਰ ਉਤਰਨੀ ਹੈ, ਜਾਂ ਜਿਸ ਹਿਰਦੇ ਜਿਸ ਪੱਖ ਤੋਂ ਅੰਦਰ ਗੁਰੂ ਕੇ ਉਪਦੇਸ਼ ਨੇ ਸ਼ਾਮਲ ਹੋ ਕੇ ਅਤੇ ਜੀਵਨ ਦੇ ਵਿੱਚ ਕਾਂਬਾ ਛੇੜਨਾ ਹੈ, ਉਸ ਹਿਰਦੇ ਨੂੰ ਬੰਦ ਕਰ ਲੈਂਦੇ ਨੇ। ਤਾਂ ਹੀ ਕਿਹਾ ਨਾ ਭਾਵਾਈ। ਨਾ ਭਾਵਾਈ ਦਾ ਮਤਲਬ ਕੀ ਹੈ? ਇਸ ਕਰਕੇ ਬੜੇ ਮੈਨੂੰ ਐਸੇ ਵੀ ਮਿਲੇ ਨੇ ਜਿਹੜੇ ਕਥਾ ਦੇ ਪ੍ਰਤੀ ਬੜੇ ਮਜ਼ਾਕੀਆ ਦੇ ਜਾਂ ਬੜੇ ਨੀਵੇਂ ਖਿਆਲ ਰੱਖਦੇ ਨੇ, ਕਿਉਂਕਿ ਉਹ ਆਪਣੇ ਪਾਪੀ ਹੋਣ ਦੇ ਸ਼੍ਰੇਸ਼ਟਤਾ ਨੂੰ ਨੀਵਾਂ ਸਮਝਣ ਦੀ ਬਜਾਏ ਉੱਚਾ ਸਮਝਣਾ ਸ਼ੁਰੂ ਕਰ ਦਿੱਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਖੀ ਚੰਦਨ ਪਰਹਰੈ। ਅਸਲ ਵਿੱਚ ਉਹਨਾਂ ਦੀ ਹਾਲਤ ਮੱਖੀ ਵਰਗੀ ਹੈ ਕਿ ਚੰਦਨ ਉੱਤਮ ਹੈ ਪਰ ਉਹ ਚੰਦਨ 'ਤੇ ਨਹੀਂ ਬੈਠੇ ਜੀ, ਉਹ ਬੈਠੇਗੀ ਗੰਦਗੀ 'ਤੇ, ਕਿਉਂਕਿ ਉਹਦੀ ਸੁਭਾਅ ਅਤੇ ਸੁਭਾਅ ਦੇ ਵਿੱਚ ਉਹਦਾ ਕਰਮ ਅਤੇ ਕਰਮ ਦੇ ਵਿੱਚ ਉਹਦਾ ਜੀਵਨ ਸਾਰਾ ਇੱਕੋ ਜਿਹਾ ਹੀ ਬਣਿਆ ਹੋਇਆ ਹੈ। ਔਰ ਦੂਜੀ ਗੱਲ, ਪਾਪ ਦੇ ਸੰਬੰਧ ਦੇ ਵਿੱਚ ਇੱਕ ਸੂਫੀਵਾਦ ਦੇ ਵਿੱਚ ਬੜੀ ਚੰਗੀ ਗੱਲ ਹੁੰਦੀ। ਉਹ ਇੱਕ ਨੇ ਮਹਾਤਮ ਕਿਸੇ ਸੂਫੀ ਸੰਤ ਨੂੰ ਪੁੱਛਿਆ ਕਿ ਪਾਪ ਕੈਸਾ ਹੈ, ਤਾਂ ਉਹ ਕਹਿਣ ਲੱਗਾ ਕਿ ਕੁਝ ਦਿਨਾਂ ਬਾਅਦ ਦੱਸਾਂਗਾ। ਕੁਦਰਤੀ ਮੀਂਹ ਪੈ ਗਿਆ, ਥੋੜ੍ਹੇ ਦਿਨਾਂ ਬਾਅਦ ਰਸਤੇ 'ਤੇ ਚਿੱਕੜ ਹੋ ਗਿਆ। ਉਹ ਚਲਾ ਗਿਆ ਅਤੇ ਉਹਨੇ ਥੋੜ੍ਹਾ ਜਿਹਾ ਉਹਨੂੰ ਧੱਕਾ ਜਿਹਾ ਦਿੱਤਾ, ਉਹਦਾ ਇੱਕ ਪੈਰ ਫਿਸਲਿਆ ਅਤੇ ਉਹ ਸਾਰਾ ਹੀ ਮਤਲਬ ਉਹਦਾ ਸਰੀਰ ਗਾਰੇ ਦੇ ਨਾਲ ਲਿਬੜ ਗਿਆ, ਮਿੱਟੀ ਆਦਿਕ ਦੇ ਨਾਲ, ਚਿੱਕੜ ਆਦਿਕ ਦੇ ਨਾਲ। ਤਾਂ ਉਹ ਕਹਿਣ ਲੱਗਾ ਤੁਸੀਂ ਮੈਨੂੰ ਧੱਕਾ ਦਿੱਤਾ। ਕਹਿੰਦਾ ਨਹੀਂ, ਮੈਂ ਤੇਰੇ ਪ੍ਰਸ਼ਨ ਦਾ ਜਵਾਬ ਦਿੱਤਾ। ਸਿਰਫ ਇੱਕ ਕਦਮ ਫਿਸਲਿਆ ਹੈ ਨਾ, ਤੇਰੀ ਸਾਰੀ ਦੇਹ ਨੂੰ ਉਹਨੇ ਮੈਲਾ ਕਰ ਦਿੱਤਾ ਹੈ। ਪਾਪ ਦੀ ਪ੍ਰਵਿਰਤੀ ਐਸੀ ਹੈ ਕਿ ਇੱਕ ਦਫਾ ਹੋ ਜਾਏ ਮੁੜ ਕੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੰਦਾ ਅਤੇ ਮੁੜ ਕੇ ਸਮੁੱਚਾ ਹੀ ਗਰਸ ਲੈਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਖੀ ਚੰਦਨ ਪਰਹਰੈ। ਮੱਖੀ ਚੰਦਨ 'ਤੇ ਨਹੀਂ ਬਹੇਗੀ। ਹੁਣ ਦੂਜੀ ਗੱਲ, ਦੋ ਗੱਲਾਂ ਨੇ। ਚੰਦਨ ਉੱਤਮ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੀ ਕੀਮਤੀ ਚੀਜ਼ ਹੈ, ਪਰ ਮੱਖੀ ਵਾਲਾ ਸੁਭਾਅ ਹੋਣ ਕਰਕੇ ਚੰਦਨ ਦੀ ਉੱਤਮਤਾ ਨੂੰ ਗੌਲਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜਦੋਂ ਬੰਦਾ ਆਪ ਪਾਪ ਕਰਕੇ ਬੁੱਧੀ ਚਿੱਤ ਹਿਰਦਾ ਮਲੀਨ ਹੋ ਗਿਆ, ਤੁਸੀਂ ਭਾਵੇਂ ਜਿੰਨਾ ਮਰਜ਼ੀ ਕਹੀ ਜਾਓਗੇ ਕਥਾ ਬੜੀ ਚੰਗੀ ਹੁੰਦੀ ਹੈ, ਕੀਰਤਨ 'ਚ ਬੜਾ ਰਸ ਹੈ, ਸੰਗਤ ਦੇ ਵਿੱਚ ਬੜਾ ਟਿਕਾਅ ਹੈ, ਗੁਰੂਦੁਆਰ ਜਾ ਕੇ ਆਨੰਦ ਮਿਲਦਾ ਹੈ, ਉਹਨੂੰ ਸਾਰ ਹੀ ਨਹੀਂ ਹੈ ਉਹਦੀ, ਕਿਉਂਕਿ ਉਹਦਾ ਵਿਚਾਰੇ ਦਾ ਸੁਭਾਅ ਮੱਖੀ ਵਰਗਾ ਬਣ ਗਿਆ। ਅਤੇ ਉਹ ਭਾਵੇਂ ਤੁਸੀਂ ਚੰਦਨ ਉਹਦੇ ਨੇੜੇ ਰੱਖ ਦਿਓ, ਜਹ ਬੇਗੰਧ ਤਹ ਜਾਏ, ਉਹ ਉੱਧਰ ਜਾਏਗਾ ਹੀ ਜਾਏਗਾ, ਕਿਉਂਕਿ ਉਹਦੇ ਸੁਭਾਅ ਦੀ ਘਾੜਤ ਪਾਪ ਵਿੱਚੋਂ ਹੋ ਰਹੀ ਹੈ ਅਤੇ ਪਾਪ ਦਾ ਮੰਦ ਕਰਮ ਉਹਨੂੰ ਬਾਰ-ਬਾਰ ਮਜਬੂਰ ਕਰੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਣੀ 'ਚ ਵਾਕ ਆਉਂਦੇ ਨੇ, ਨਰ ਅਚੇਤ ਪਾਪ ਤੇ ਡਰ ਰਹੇ। ਇੱਕ ਤਾਂ ਪਾਪ ਹੈ, ਹੋ ਸਕਦਾ ਸਾਨੂੰ ਪਤਾ ਹੋਵੇ ਵੀ ਅਸੀਂ ਈਰਖਾ ਦੇ ਵਿੱਚ ਹਾਂ ਅਤੇ ਕਿਸੇ ਪ੍ਰਤੀ ਮਾੜਾ ਸੋਚ ਰਹੇ ਹਾਂ, ਇਹ ਗੱਲ ਸਾਨੂੰ ਪਤਾ ਵੀ ਹੋਵੇ, ਪਰ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਈਰਖਾ ਦੇ ਵਿੱਚ ਫਸੇ ਹਾਂ ਅਤੇ ਦੂਜੇ ਦਾ ਮੰਦਾ ਚਿਤਵ ਰਹੇ ਹਾਂ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਰ ਅਚੇਤ, ਕਿ ਜਿਹੜਾ ਤੇਰੇ ਕੋਲ ਅਚੇਤ ਪਾਪ ਹੋਣਾ ਉਹਦੇ ਤੋਂ ਵੀ ਡਰ। ਇੱਕ ਤਾਂ ਇਹ ਜਿਹੜਾ ਪਾਪ ਜਾਣ ਬੁੱਝ ਕੇ ਵੀ ਕਈ ਵਾਰੀ ਕਰਦਾ ਬੰਦਾ, ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਅਚੇਤ ਪਾਪ ਹੋਣਾ ਉਹਦੇ ਤੋਂ ਵੀ ਡਰ, ਉਹਦੇ ਤੋਂ ਵੀ ਥੋੜ੍ਹਾ ਆਪਣੇ ਆਪ ਨੂੰ ਦੂਰ ਰੱਖ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹ ਬੇਗੰਧ ਤਹ ਜਾਏ। ਇਸ ਕਰਕੇ ਮਨਮੁਖਾਂ ਦਾ, ਦੁਰਮਤ ਵਾਲਿਆਂ ਦਾ ਮੱਖੀ ਦੀ ਨਿਆਈ ਉੱਧਰ ਹੀ ਵਹਾ ਬਣਦਾ ਹੈ ਜਿੱਧਰ ਉਹਨਾਂ ਦੇ ਪਾਪ ਕਰਮ ਦੀ ਪੂਰਤੀ ਹੋਣੀ ਹੈ, ਜਿੱਥੋਂ ਪਾਪ ਦੀ ਮੈਲ ਵੱਧਦੀ ਜਾਣੀ ਹੈ ਅਤੇ ਉਹਨਾਂ ਨੂੰ ਸਕੂਨ ਪਹੁੰਚਦਾ ਰਹਿਣਾ ਹੈ। ਕਬੀਰ ਬੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਏਕ ਕਬੀਰਾ ਨਾਮ ਮੂਆ ਜਿਹ ਨਾਹੀ ਰੋਵਨਹਾਰ। ਭਗਤ ਕਬੀਰ ਸਾਹਿਬ ਜੀ ਦੇ ਪਾਸ ਕੋਈ ਇਨਸਾਨ ਆਇਆ ਅਤੇ ਕਹਿਣ ਲੱਗਾ, ਭਗਤ ਕਬੀਰ ਸਾਹਿਬ ਜੀ, ਜਿਹੜਾ ਫਲਾਣਾ ਵੈਦ ਕਿਹਾ ਜਾਂਦਾ ਸੀ, ਜਿਹਦੇ ਉਪਚਾਰ ਦੇ ਨਾਲ ਬੜੇ ਲੋਕ ਤੰਦਰੁਸਤ ਹੋ ਜਾਂਦੇ ਸਨ, ਉਹ ਅੱਜ ਮਰ ਗਿਆ ਅਤੇ ਬੜੀ ਮਾੜੀ ਗੱਲ ਹੋਈ। ਤਾਂ ਭਗਤ ਕਬੀਰ ਸਾਹਿਬ ਜੀ ਉਹਨੂੰ ਉਪਦੇਸ਼ ਦਿੰਦਿਆਂ ਬਖਸ਼ਿਸ਼ ਕਰਦੇ ਨੇ, ਕਬੀਰ ਵੈਦ ਮੂਆ, ਜਿਹੜਾ ਲੋਕਾਂ ਦੇ ਰੋਗਾਂ ਦਾ ਉਪਚਾਰ ਕਰਦਾ ਸੀ ਉਹ ਵੀ ਮਰ ਗਿਆ, ਉਹ ਵੀ ਮਰੇਗਾ ਔਰ ਮਰ ਗਿਆ।
ਰੋਗੀ ਮੂਆ, ਜਿਹੜਾ ਰੋਗੀ ਹੈ ਉਹ ਵੀ ਮਰ ਗਿਆ ਹੈ। ਇਸੇ ਪ੍ਰਕਾਰ ਮੂਆ ਸਭ ਸੰਸਾਰ, ਸਾਰਾ ਸੰਸਾਰ ਹੀ ਮਰੇਗਾ। ਏਕ ਕਬੀਰਾ ਨਾ ਮੂਆ ਜਿਹ ਨਾਹੀ ਰੋਵਨ ਹਾਰ। ਇੱਕੋ ਕਬੀਰ ਭਾਵ ਕਿ ਇੱਕ ਕਬੀਰਾ ਦਾ ਭਾਵ ਕਿ ਇੱਕ ਅਕਾਲ ਪੁਰਖ ਜਿਹੜਾ ਜੰਮਣ ਮਰਨ ਦੇ ਭਾਵ ਵਿੱਚ ਨਹੀਂ ਹੈ, ਉਹ ਨਹੀਂ ਮੂਣ ਵਾਲਾ, ਨਾ ਮਰਨ ਵਾਲਾ ਹੈ, ਨਾ ਖਤਮ ਹੋਣ ਵਾਲਾ ਹੈ। ਇਸ ਕਰਕੇ ਜਦੋਂ ਮਰਨ ਵਾਲਾ ਹੀ ਨਹੀਂ ਹੈ ਤੇ ਉਹਨੂੰ ਕੋਈ ਰੋਣ ਵਾਲਾ ਵੀ ਨਹੀਂ। ਇਸ ਸ਼ਲੋਕ ਦਾ ਭਾਵ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਵੈਦ ਮੂਆ। ਭਗਤ ਕਬੀਰ ਇਹਦੇ ਸ਼ਲੋਕ ਦੇ ਭਾਵ ਆਪੋ ਆਪਣੇ ਹਨ, 3-4 ਭਾਵ ਇਕੱਠੇ ਹਨ। ਵੈਦ ਮੂਆ ਦਾ ਭਾਵ ਕਿ ਜਿਹਨੂੰ ਇਹ ਲੱਗਦਾ ਸੀ ਕਿ ਮੇਰੀ ਦਵਾ ਦੇ ਨਾਲ ਜਿਹੜਾ ਰੋਗ ਸਰੀਰ ਵਿੱਚ ਤੰਦਰੁਸਤੀ ਬਣੀ ਰਹਿੰਦੀ ਹੈ, ਮੇਰੇ ਨਾਲ ਬੰਦਾ ਜਿਹੜਾ ਰੋਗਾਂ ਦੀ ਮਾਰ ਤੋਂ ਬਚ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਰੋਗਾਂ ਦਾ ਉਪਚਾਰ ਤਾਂ ਕਰਦਾ ਗਿਆ, ਪਰ ਜਿਹੜਾ ਮ੍ਰਿਤੂ ਦਾ ਉਹਦੇ ਉੱਪਰ ਦੰਡ ਪਿਆ ਉਹਦੇ ਤੋਂ ਨਹੀਂ ਬਚ ਸਕਿਆ। ਇਸੇ ਪ੍ਰਕਾਰ ਕਹਿੰਦੇ ਵੈਦ ਨੂੰ ਵੀ ਮੂਣਾ ਪਿਆ। ਰੋਗੀ ਮੂਆ, ਤੇ ਜਿਹੜਾ ਉਹਦਾ ਰੋਗੀ ਸੀ, ਉਹਦਾ ਮਰੀਜ਼ ਸੀ, ਜਾਂ ਜੇ ਉਹ ਵੀ ਰੋਗ ਤੋਂ ਮੰਨ ਲਓ ਮੁਕਤ ਹੋ ਗਿਆ ਤੇ ਆਖਰ ਉਹਨੂੰ ਵੀ ਮ੍ਰਿਤੂ ਦੇ ਸਹਿਤ ਮਰਨਾ ਪਿਆ। ਤੇ ਇਹਦਾ ਮਤਲਬ ਮ੍ਰਿਤੂ ਰੋਗ ਕਿਸੇ ਨੂੰ ਨਹੀਂ ਛੱਡਦਾ, ਉਹ ਚਾਹੇ ਵੈਦ ਹੋਵੇ ਤੇ ਚਾਹੇ ਰੋਗੀ ਹੋਵੇ। ਹੁਣ ਇਹਦਾ ਦੂਜਾ ਭਾਵ ਇਹ ਹੈ ਵੈਦ ਮੂਆ, ਭਾਵ ਕਿ ਜਿਹੜੇ ਗਿਆਨ ਦੀ ਵਿਚਾਰ ਉਪਦੇਸ਼ ਕਰਨ ਵਾਲੇ ਪੰਡਤ ਲੋਕ ਹਨ, ਕਥਾਕਾਰ ਲੋਕ ਹਨ, ਇਹ ਵੀ ਮੂਆ, ਭਾਵ ਕਿ ਇਹ ਵੀ ਦੁਨਿਆਵੀ ਰਸਾਂ ਕਸਾਂ ਦੀ ਜਾਂ ਦੁਨਿਆਵੀ ਲਾਭਾਂ ਦੀ ਖਾਤਰ ਗਿਆਨ ਦੀ ਵਿਚਾਰ ਕਥਦੇ ਨੇ, ਪਰ ਆਪਣੇ ਜੀਵਨ 'ਚ ਧਾਰਨ ਨਹੀਂ ਕਰਦੇ। ਮੂਆ ਦਾ ਭਾਵ ਕਿ ਇਹਨਾਂ ਦਾ ਜੀਵਨ ਵੀ ਮਾਇਆ ਵੱਲ ਵਹਿੰਦਾ ਰਿਹਾ। ਤੇ ਜਿਹੜੇ ਇਹਨਾਂ ਕੋਲ ਰੋਗੀ ਹੋ ਕੇ ਆਏ, ਮਤਲਬ ਆਪਣੀ ਮਰਜ਼ ਦਾ ਇਲਾਜ ਕਰਵਾਉਣ ਆਏ, ਉਹ ਵੀ ਇਹਨਾਂ ਦੇ ਮਗਰ ਲੱਗ ਕੇ ਭਰਮਦੇ ਰਹੇ ਤੇ ਉਹ ਵੀ ਮਾਇਕੀ ਭੋਗਾਂ ਮਗਰ ਮਰ ਗਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂਆ ਸਭ ਸੰਸਾਰ, ਸਾਰਾ ਸੰਸਾਰ ਇਉਂ ਹੀ ਮੂਆ ਜਾ ਰਿਹਾ। ਅੱਜ ਦਾ ਕਈ ਵਾਰੀ ਕਥਾ ਦਾ ਮਾਹੌਲ ਵਿਚਾਰੀ ਦਾ ਪੰਜਾਬ ਦਾ, ਸਿੱਖ ਪੰਥ ਦਾ, ਤਾਂ ਦੇਖੀਦਾ ਬੰਦੇ ਦੇ ਅਧਿਆਤਮਿਕ ਜੀਵਨ ਦੀ ਉਚਾਈ ਦੀ ਕੋਈ ਗੱਲ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਨਿਵਾਣ ਹੈ, ਆਲੇ ਦੁਆਲੇ 'ਚ ਭਰਪੂਰ ਹੈ, ਜਿੱਥੇ ਮਰਜ਼ੀ ਬੈਠ ਜਾਓ ਤੁਹਾਨੂੰ ਨਕੰਮੀ ਤੋਂ ਨਕੰਮੀ ਚਰਚਾ ਮਿਲ ਜਾਏਗੀ। ਚੰਗੀ ਚਰਚਾ ਕਿੱਥੇ ਮਿਲਦੀ ਹੈ? ਗੁਰੂ ਮੰਦਿਰਾਂ ਦੇ ਵਿੱਚ ਗੁਰੂ ਕੀ ਤਾਬਿਆ ਬੈਠ ਕੇ ਵੀ ਐਸੀਆਂ ਹੀਣੀਆਂ ਗੱਲਾਂ ਹੋ ਰਹੀਆਂ ਨੇ ਕਿ ਬੰਦਾ ਚਕਿਤ ਰਹਿ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਾਕ ਕਹੇ ਨੇ ਕਵਿਤਾਂ ਦੇ ਵਿੱਚ, ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ ਤਹਾਂ ਜੋ ਵਿਆਪੈ ਮਾਇਆ ਕਹਾਂ ਕਹਿ ਠਹਿਰਾਈ ਹੈ। ਕਿ ਬੰਦਾ ਮਾਇਆ ਦੇ ਪ੍ਰਭਾਵ ਤੋਂ ਘਬਰਾਇਆ ਹੋਇਆ ਗੁਰੂਦੁਆਰ ਜਾਂਦਾ ਹੈ, ਤੇ ਜੇ ਗੁਰੂਦੁਆਰ ਜਾ ਕੇ ਹੁਣ ਉਹਨੂੰ ਉਸੇ ਪ੍ਰਭਾਵ ਨੇ ਫਿਰ ਠੱਗ ਲੈਣਾ ਹੈ, ਕਹਿੰਦੇ ਫਿਰ ਉਹਦਾ ਬਚਾਅ ਕਿੱਥੇ ਹੋਏਗਾ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂਆ ਸਭ ਸੰਸਾਰ, ਸੰਸਾਰ ਇਸੇ ਤਲ 'ਤੇ ਮਰ ਰਿਹਾ ਹੈ। ਏਕ ਕਬੀਰਾ ਨਾ ਮੂਆ ਜਿਹ ਨਾਹੀ ਹੋ ਰੋਵਨ ਹਾਰ। ਇੱਕ ਅਕਾਲ ਪੁਰਖ, ਕਿਉਂਕਿ ਉਹ ਸਹਿਭੰਗ ਸਰੂਪ ਹੈ, ਜੰਮਣ ਮਰਨ ਤੋਂ ਬਾਹਰਾ ਹੈ, ਇਸ ਕਰਕੇ ਉਹ ਨਹੀਂ ਮਰਨ ਵਾਲਾ ਤੇ ਨਾ ਹੀ ਰੋਵਨ ਹਾਰ, ਤੇ ਨਾ ਕੋਈ ਐਸਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਇਸ ਸੰਸਾਰ ਤੋਂ ਰੁਖਸਤ ਹੋਵਾਂਗੇ, ਸਾਡੇ ਸੰਬੰਧੀ ਰੋਣ ਵਾਲੇ ਨੇ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਇਹ ਵੀ ਆਉਂਦਾ ਹੈ, ਤੁਮ ਰੋਵੋਗੇ ਉਸਨੂੰ ਤੁਮ ਕੋ ਕੌਣ ਰੋਈ। ਕਿ ਇਹ ਤਾਂ ਰੋਣ ਦਾ ਸਿਲਸਿਲਾ ਚੱਲਦਾ ਰਹਿਣਾ ਹੈ। ਉਹ ਤੈਨੂੰ ਰੋ ਰਹੇ ਨੇ, ਅੱਗੇ ਉਹਨਾਂ ਨੂੰ ਉਹ ਰੋਣਗੇ, ਅਤੇ ਰੋਣ ਦਾ ਸਿਲਸਿਲਾ ਤਾਂ ਰੁਕਣਾ ਹੀ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੇ ਨਾ ਹੀ ਰੋਵਨ ਹਾਰ। ਇਸ ਕਰਕੇ ਉਸ ਅਕਾਲ ਪੁਰਖ ਨੂੰ ਇਹ ਸਾਰਾ ਜਗਤ ਨਾਸ਼ਵਾਨ ਹੈ, ਜਿਹੜਾ ਨਹੀਂ ਨਾਸ਼ਵਾਨ ਉਹਦੀ ਸ਼ਰਨ ਚਿਤਵਣੀ ਚਾਹੀਦੀ ਹੈ, ਉਹਦੇ ਸਰੂਪ ਦਾ ਧਿਆਨ ਧਰਨਾ ਚਾਹੀਦਾ ਹੈ, ਅਤੇ ਉਹਦੇ ਵਿੱਚ ਹੀ ਅਭੇਦ ਹੋਣਾ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜਾ ਰੋਵਣਹਾਰ ਦਾ ਭਾਵ ਹੈ ਉਹ ਵਿਨਸ ਜਾਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਵੈਦ ਮੂਆ ਰੋਗੀ ਮੂਆ, ਕਿ ਦੁਨੀਆ ਦਾ ਉਪਚਾਰ ਕਰਨ ਵਾਲੇ ਕਿਸੇ ਵੀ ਪੱਧਰ 'ਤੇ। ਜਦੋਂ ਵੈਦ ਕਿਹਾ, ਵੈਦ ਦਾ ਮਤਲਬ ਡਾਕਟਰ ਨਹੀਂ ਹੁੰਦਾ, ਵੈਦ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਦੁਨੀਆ ਦੇ ਹਰ ਸਮੱਸਿਆ ਦਾ ਉਪਚਾਰ ਕਰਦਾ ਹੈ। ਜਿਵੇਂ ਹਰ ਪੱਧਰ 'ਤੇ ਕੋਈ ਡਾਕਟਰ ਹੈ, ਕੋਈ ਅਧਿਆਪਕ ਹੈ, ਕੋਈ ਵਕੀਲ ਹੈ, ਇਹ ਦੁਨੀਆ ਦੀਆਂ ਮਰਜ਼ਾਂ ਦਾ, ਸਮੱਸਿਆਵਾਂ ਦਾ ਉਪਚਾਰ ਕਰਦੇ ਨੇ, ਪਰ ਉਪਚਾਰ ਕਰਦਿਆਂ ਕਰਦਿਆਂ ਆਪ ਵੀ ਉਹਦੇ ਵਿੱਚ ਫਸ ਜਾਂਦੇ ਨੇ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਏਕ ਕਬੀਰਾ ਨਾ ਮੂਆ। ਜਿੱਦਣ ਦੀ ਵਿਚਾਰ ਚੱਲ ਰਹੀ, ਕੱਲ੍ਹ ਮੇਰੇ ਅੰਦਰ ਨੁਕਤਾ ਬਣਿਆ ਕਿ ਅਸੀਂ ਭਗਤ ਕਬੀਰ ਸਾਹਿਬ ਜੀ ਦੇ ਬੜੇ ਸ਼ਲੋਕਾਂ ਦੇ ਜਿਹੜੇ ਵਰਤੋਂ ਹੈ ਉਹ ਗਲਤ ਸੰਦਰਭਾਂ ਦੇ ਵਿੱਚ ਕਰਦੇ ਹਾਂ। ਕਿ ਜਿਵੇਂ ਅੱਜ ਸ਼ਬਦ ਹੈ ਏਕ ਕਬੀਰਾ, ਇੱਥੇ ਭਗਤ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਨਹੀਂ, ਇਹ ਅਕਾਲ ਪੁਰਖ ਨੂੰ ਸੰਬੋਧਨ ਹੋ ਰਹੇ ਨੇ, ਕਿਉਂਕਿ ਅਕਾਲ ਪੁਰਖ ਦਾ ਇੱਕ ਨਾਮ ਕਬੀਰ ਵੀ ਕਿਹਾ ਜਾਂਦਾ। ਅਤੇ ਭਗਤ ਕਬੀਰ ਸਾਹਿਬ ਜੀ, ਕਿਉਂਕਿ ਇਹਦਾ ਜੇ ਸੀਮਾਗਤ ਅਰਥ ਬਣਾ ਲਵਾਂਗੇ ਫਿਰ ਕਹਾਂਗੇ ਭਗਤ ਕਬੀਰ, ਪਰ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਨਾਮ ਦੇ ਵਿੱਚੋਂ ਵੱਡਾ ਭਾਵ ਅਕਾਲ ਪੁਰਖ ਦਾ ਜਣਾਇਆ ਹੈ ਕਿ ਉਹਨੂੰ ਕੋਈ ਰੋਵਣਹਾਰ ਨਹੀਂ, ਕਿਉਂਕਿ ਉਹ ਨਾਸ਼ਵਾਨ ਹੀ ਨਹੀਂ। ਇਸ ਪ੍ਰਕਾਰ
ਭਗਤ ਕਬੀਰ ਸਾਹਿਬ ਜੀ 4 ਸ਼ਲੋਕਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਪ੍ਰਭੂ ਦੀ ਨਵਾਜਿਸ਼ ਦਾ ਦਰ ਬੜਾ ਵੱਡਾ ਹੈ ਅਤੇ ਸਾਰੇ ਭਾਵ ਛੱਡ ਕੇ ਉਹਨੂੰ ਪੂਰਾ ਸਮਰਪਣ ਕਰ ਦਈਏ, ਮੁੜ ਕੇ ਕੋਈ ਉੱਥੋਂ ਹਟਾਏਗਾ ਨਹੀਂ। ਭਾਵ ਕਿ ਕਦੀ ਜੀਵਨ 'ਚ ਦੁਬਾਰਾ ਛੁਟਕਣ ਦਾ ਡਰ ਨਹੀਂ ਰਹੇਗਾ। ਜੇ ਜੀਵਨ ਮਾਇਆ ਦੇ ਪ੍ਰਭਾਵ ਵਿੱਚ ਫਸਿਆ ਹੋਇਆ ਹੈ ਅਤੇ ਕੋਈ ਗੁਣਾਂ ਦੀ ਲਹਿਰ ਦਾ ਉਦਮ ਕੀਤਾ ਜਾਵੇ ਤਾਂ ਕਿ ਇਹਦੇ ਤੋਂ ਅਲੇਪ ਹੋ ਸਕੀਏ। ਅਤੇ ਜੇ ਹਿਰਦਾ ਮਲੀਨ ਹੋਵੇ ਅਤੇ ਭਗਤੀ ਦਾ ਕਰਮ ਨਹੀਂ ਕੀਤਾ, ਇਹਦਾ ਇੱਕ ਸਿੱਖਿਆਤਮਕ ਭਾਵ ਇਹ ਵੀ ਬਣਦਾ ਹੈ ਕਿ ਜਿਹੜਾ ਸਤਸੰਗੀ ਮਨੁੱਖ ਹੈ ਉਹਨੂੰ ਪਾਪ ਕਰਮ ਤੋਂ ਰੋਜ਼ਾਨਾ ਬਚਣਾ ਵੀ ਚਾਹੀਦਾ ਹੈ, ਕਿਉਂਕਿ ਦੁਨੀਆਦਾਰੀ 'ਚ ਰਹਿੰਦਾ, ਕਰਨੇ ਪੈਂਦੇ ਨੇ ਬਹੁਤੀ ਵਾਰੀ ਮਜਬੂਰੀ 'ਚ ਵੀ। ਇਸ ਕਰਕੇ ਜੇ ਉਹ ਚਾਹੁੰਦਾ ਹੈ ਕਿ ਮੇਰੀ ਕੀਰਤਨ ਕਥਾ ਦੇ ਵਿੱਚ ਇਕਾਗਰਤਾ ਵੱਧ ਬਣੇ ਤਾਂ ਉਹਨੂੰ ਪਾਪ ਕਰਮ ਤੋਂ ਝਕਣਾ ਚਾਹੀਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਗਲ ਜਗਤ ਨਾਸ਼ਵਾਨ ਹੈ ਪਰ ਉਹ ਅਕਾਲ ਪੁਰਖ ਥਿਰ ਹੈ, ਅਤੇ ਉਹਦੇ ਵਿੱਚ ਅਭੇਦ ਹੋ ਕੇ ਜੀਵਨ ਦੀ ਮੁਕਤੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸ਼ਲੋਕਾਂ ਦੇ ਉਪਦੇਸ਼ ਦੁਆਰਾ ਸਾਨੂੰ ਨਵਾਜਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।